ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਦੇ ਵਿੱਚ। ਅੱਜ ਆਪਾਂ ਤੁਹਾਡੇ ਲਈ ਪੋਲਿਟੀ ਦੀ ਇੰਡੀਅਨ ਪੋਲਿਟੀ ਦੀ ਫੰਡਾਮੈਂਟਲ ਰਾਈਟਸ ਦੀ ਕਲਾਸ ਲੈ ਕੇ ਆਏ ਹਾਂ। ਠੀਕ ਹੈ ਜੀ, ਇਹ ਕਲਾਸ ਆਪਣੀ ਬਾਈਲੈਂਗੁਅਲ ਹੋਵੇਗੀ, ਪੰਜਾਬੀ ਦੇ ਵਿੱਚ ਵੀ ਹੋਵੇਗੀ ਅਤੇ ਇੰਗਲਿਸ਼ ਦੇ ਵਿੱਚ ਵੀ ਹੋਵੇਗੀ। ਠੀਕ ਹੈ ਜੀ, ਸੋ ਇਹ ਇੱਕ ਇਹੋ ਜਿਹਾ ਟੌਪਿਕ ਹੈ ਇੰਡੀਅਨ ਪੋਲਿਟੀ ਦੇ ਵਿੱਚ, ਫੰਡਾਮੈਂਟਲ ਰਾਈਟਸ। ਕੋਈ ਵੀ ਪੇਪਰ ਚੱਕ ਲਓ ਤੁਸੀਂ, ਛੋਟੇ ਤੋਂ ਛੋਟਾ ਕਲਰਕ ਤੋਂ ਲੈ ਕੇ SSC ਹੋ ਗਿਆ, UPSC ਹੋ ਗਿਆ ਜਾਂ PCS ਹੋ ਗਿਆ, ਹਰੇਕ ਦੇ ਵਿੱਚ ਤੁਹਾਨੂੰ ਫੰਡਾਮੈਂਟਲ ਰਾਈਟਸ ਦੇ ਵਿੱਚੋਂ ਇੱਕ ਜਾਂ ਦੋ ਕੁਐਸਚਨ ਜ਼ਰੂਰ ਦੇਖਣ ਨੂੰ ਮਿਲਣਗੇ। ਸੋ ਇਹ ਜ਼ਿਆਦਾ ਵੀ ਔਖਾ ਨਹੀਂ ਹੈ, ਬਹੁਤ ਹੀ ਇੰਟਰਸਟਿੰਗ ਟੌਪਿਕ ਹੈ। ਆਪਾਂ ਇਹਨੂੰ ਪੂਰੀ ਡਿਟੇਲ ਦੇ ਵਿੱਚ ਕਰਾਂਗੇ ਤਾਂ ਕਿ ਜੋ ਆਪਾਂ ਅੱਜ ਪੜ੍ਹ ਲਿਆ ਇਸ ਕਲਾਸ ਦੇ ਵਿੱਚ, ਉਸ ਤੋਂ ਬਾਅਦ ਤੁਸੀਂ ਇਹਨੂੰ ਟੈਲੀਗ੍ਰਾਮ ਜੁਆਇਨ ਕਰਨਾ ਆਪਣਾ ਚੈਨਲ, ਅਤੇ ਉਹਦੇ ਉੱਪਰ ਤੁਹਾਨੂੰ ਇਹਦੀ PDF ਮਿਲ ਜਾਏਗੀ। ਸੋ ਇਹਨੂੰ ਤੁਸੀਂ ਚੰਗੀ ਤਰ੍ਹਾਂ ਦੇਖਣਾ ਹੈ ਅਤੇ ਇਹਨੂੰ ਪੜ੍ਹਨਾ ਵੀ ਚੰਗੀ ਤਰ੍ਹਾਂ ਹੈ। ਠੀਕ ਹੈ ਜੀ, ਫਿਰ ਇਸ ਤੋਂ ਅਗਲੀ ਸੈਸ਼ਨ ਦੇ ਵਿੱਚ ਆਪਾਂ ਇਹਦੇ ਉੱਪਰ ਜੋ ਵੀ MCQ ਬਣਦੇ ਨੇ ਅਤੇ ਉਹ ਲੈ ਕੇ ਆਵਾਂਗੇ। ਠੀਕ ਹੈ ਜੀ, ਸੋ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਕਲਾਸ। ਹੁਣ ਜੀ ਆਪਣਾ ਮੌਲਿਕ ਅਧਿਕਾਰ, ਸਭ ਤੋਂ ਪਹਿਲਾਂ ਤਾਂ ਜੀ ਫੰਡਾਮੈਂਟਲ ਰਾਈਟਸ ਹੁੰਦੇ ਕੀ ਹੈ? ਇਹ ਇੱਕ ਅਧਿਕਾਰ ਹੁੰਦੇ ਆ ਜੀ ਜਿਹੜੇ ਕਿ ਆਪਾਂ ਨੂੰ ਆਪਣੇ ਕਾਨੂੰਨ ਨੇ ਇੱਕ ਜੋ ਭਾਰਤ ਦੇ ਨਾਗਰਿਕ ਆ ਨਾ ਉਹਨਾਂ ਵਾਸਤੇ ਦਿੱਤੇ ਹੋਏ ਨੇ। ਠੀਕ ਆ ਜੀ, ਇੱਕ ਤਾਂ ਹੁੰਦੇ ਆ ਜੀ ਫੰਡਾਮੈਂਟਲ, ਅਗਰ ਆਪਾਂ ਗੱਲ ਕਰੀਏ, ਇੱਕ ਹੁੰਦੀਆਂ ਨੇ ਫੰਡਾਮੈਂਟਲ ਰਾਈਟਸ ਜਿਹੜੇ ਕਿ ਅਗਰ ਜੇ ਕੋਈ ਵਾਇਲੇਟ ਕਰਦਾ ਵਾ ਇਹਨੂੰ ਤਾਂ ਤੁਸੀਂ ਸਿੱਧਾ ਸੁਪਰੀਮ ਕੋਰਟ ਅਤੇ ਹਾਈ ਕੋਰਟ ਜਾ ਸਕਦੇ ਹੋ। ਠੀਕ ਆ ਜੀ, ਬਟ ਇੱਕ ਹੁੰਦੀਆਂ ਨੇ ਜੀ ਫੰਡਾਮੈਂਟਲ ਡਿਊਟੀਜ਼ ਜਿਹੜੀਆਂ ਕਿ ਤੁਹਾਨੂੰ ਕਰਨੀਆਂ ਚਾਹੀਦੀਆਂ ਨੇ ਐਜ਼ ਏ ਸਿਟੀਜ਼ਨ। ਠੀਕ ਆ, ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਤੁਹਾਨੂੰ ਫੰਡਾਮੈਂਟਲ ਡਿਊਟੀਜ਼ ਪੂਰੀਆਂ ਕਰਨੀਆਂ ਪੈਂਦੀਆਂ ਨੇ। ਠੀਕ ਹੈ ਜੀ, ਹੁਣ ਆਪਾਂ ਕਰਾਂਗੇ ਜੀ ਸਟਾਰਟ। ਸਭ ਤੋਂ ਪਹਿਲਾਂ ਜੀ ਮੌਲਿਕ ਅਧਿਕਾਰ ਦਾ ਆਪਾਂ ਪਹਿਲਾਂ ਕਰਾਂਗੇ ਕਿ ਇਹ ਆਪਣੇ ਸੰਵਿਧਾਨ ਦੇ ਕਿਹੜੇ ਪਾਰਟ ਦੇ ਵਿੱਚ ਆ, ਅਤੇ ਸਭ ਤੋਂ ਪਹਿਲਾਂ ਤਾਂ ਕੁਐਸਚਨ ਇਹੀ ਬਣਦਾ ਕਿ ਇਹ ਆਪਣੇ ਪਾਰਟ 3 ਦੇ ਵਿੱਚ ਆ ਅਤੇ ਕਿਹੜੇ ਆਰਟੀਕਲ ਦੇ ਵਿੱਚ ਇਹਦਾ ਆਪਣਾ ਜ਼ਿਕਰ ਆ। ਆਰਟੀਕਲ 12 ਤੋਂ ਲੈ ਕੇ 35 ਤੱਕ ਇਹ ਦਰਜ ਆ। ਸੋ ਇਹ ਵੀ ਤੁਸੀਂ ਯਾਦ ਕਰ ਲੈਣਾ ਵਾ। ਠੀਕ ਹੈ ਜੀ, ਸੋ ਪਾਰਟ 3। ਸੋ ਹੁਣ ਜਿਹੜਾ ਇਹ ਸੰਵਿਧਾਨ ਦਾ ਜਿਹੜਾ ਪਾਰਟ 3 ਆ ਨਾ, ਇਹਨੂੰ ਮੈਗਨਾ ਕਾਰਟਾ ਕਹਿੰਦੇ ਆ। ਕਿਉਂ ਕਹਿੰਦੇ ਨੇ ਇਹਨੂੰ, ਕਿਉਂ ਮੈਗਨਾ ਕਾਰਟਾ ਕਿਹਾ ਗਿਆ? ਕਿਉਂਕਿ ਨਾ ਇਹ ਜਿਹੜੇ ਮੌਲਿਕ ਅਧਿਕਾਰਾਂ ਦੀ ਬਹੁਤ ਲੰਬੀ ਸੂਚੀ ਆ। ਤੁਸੀਂ ਖੁਦ ਸੋਚੋ, ਜਦੋਂ ਆਪਾਂ ਅੱਗੇ ਪੜ੍ਹਾਂਗੇ ਨਾ, ਅਗਰ ਤੁਸੀਂ ਖੁਦ ਸੋਚੋ ਕਿ ਅਗਰ ਆਪਣੇ ਸੰਵਿਧਾਨ ਦੇ ਵਿੱਚ ਮੌਲਿਕ ਅਧਿਕਾਰ ਨਾ ਹੋਣ ਤਾਂ ਆਪਣੇ ਇਸ ਟਾਈਮ ਦੇ ਉੱਤੇ ਨਾਗਰਿਕ ਰਹਿੰਦੇ ਆ ਉਹਨਾਂ ਕੋਲ ਕੋਈ ਵੀ ਅਧਿਕਾਰ ਨਹੀਂ ਬਚੂਗਾ, ਕਿਉਂਕਿ ਮੌਲਿਕ ਅਧਿਕਾਰਾਂ ਦੇ ਤਹਿਤ ਹੀ ਕੋਈ ਵੀ ਨਾਗਰਿਕ ਆ ਜੋ ਆਪਣੇ ਭਾਰਤ ਦਾ, ਉਹ ਆਪਣਾ ਕੋਰਟ ਦਾ ਦਰਵਾਜ਼ਾ ਖੜਕੜਾ ਸਕਦਾ ਵਾ। ਠੀਕ ਹੈ ਜੀ, ਸੋ ਇਹ ਤੁਸੀਂ ਯਾਦ ਕਰਨਾ ਵਾ। ਠੀਕ ਹੈ ਜੀ, ਸੋ ਨੈਕਸਟ ਆਪਾਂ ਕਰਾਂਗੇ ਜੀ। ਹੁਣ ਆਪਣੇ ਕੋਲੇ ਆ ਗਿਆ ਜੀ ਅਗਲਾ, ਇਹ ਕਿੱਥੋਂ ਲਏ ਗਏ ਨੇ ਮੌਲਿਕ ਅਧਿਕਾਰ? ਸਭ ਤੋਂ ਮੇਨ ਇੰਪੋਰਟੈਂਟ ਆ, ਆਪਾਂ ਨੂੰ ਕੁਐਸਚਨ ਬਣਦਾ ਕਿੱਥੋਂ ਲਏ ਗਏ? ਇਹ ਅਮਰੀਕਾ ਤੋਂ ਲਏ ਗਏ ਨੇ। ਇਹ ਵੀ ਤੁਸੀਂ ਯਾਦ ਕਰ ਲੈਣਾ, ਕਿੱਥੋਂ ਲਏ ਗਏ ਨੇ? ਅਮਰੀਕਾ ਤੋਂ। ਠੀਕ ਹੈ ਜੀ, ਹੁਣ ਅਗਰ ਆਪਾਂ ਗੱਲ ਕਰੀਏ ਤਾਂ ਇਹ ਕੀ ਨੇ? ਇਹ ਹੁੰਦੇ ਨੇ ਜਸਟਿਸਏਬਲ ਹੁੰਦੇ ਨੇ। ਠੀਕ ਹੈ ਜੀ, ਆਪਾਂ ਨੂੰ ਪੇਪਰ ਦੇ ਵਿੱਚ ਕੁਐਸਚਨ ਆਊਗਾ ਕਿ ਮੌਲਿਕ ਅਧਿਕਾਰ ਜਸਟਿਸਏਬਲ ਹੈਗੇ ਆ ਕਿ ਨਹੀਂ। ਜਸਟਿਸਏਬਲ ਦਾ ਮਤਲਬ ਹੁੰਦਾ ਵਾ ਕਿ ਇਹਨੂੰ ਆਪਾਂ ਲਾਗੂ ਕਰਾਉਣ ਲਈ ਆਪਾਂ ਰਿਟ ਲਾ ਸਕਦੇ ਹੁੰਦੇ ਹਾਂ। ਠੀਕ ਹੈ, ਰਿਟ ਦੇ ਆਧਾਰ 'ਤੇ ਕੋਰਟ ਜਾ ਸਕਦੇ ਹਾਂ। ਫਿਰ ਸੁਪਰੀਮ ਕੋਰਟ ਆਪਾਂ ਅਨੁਛੇਦ 32 ਦੇ ਤਹਿਤ ਜਾ ਸਕਦੇ ਹਾਂ ਅਤੇ ਹਾਈ ਕੋਰਟ ਆਪਾਂ 226 ਦੇ ਤਹਿਤ ਜਾ ਸਕਦੇ ਹਾਂ। ਠੀਕ ਹੈ ਜੀ, ਆਪਾਂ ਅਪੀਲ ਕਰ ਸਕਦੇ ਹਾਂ। ਇਹਦੇ ਆਧਾਰ ਦੇ ਉੱਤੇ ਸੁਪਰੀਮ ਕੋਰਟ ਅਤੇ ਹਾਈ ਕੋਰਟ ਰਿਟ ਜਾਰੀ ਕਰ ਸਕਦੀ ਆ ਕਿਸੇ ਵੀ ਡਿਪਾਰਟਮੈਂਟ ਨੂੰ, ਅਗਰ ਜੇਕਰ ਤੁਹਾਡਾ ਕਿਸੇ ਵੀ ਪਰਸਨ ਨੂੰ ਅਗਰ ਤੁਹਾਡਾ ਫੰਡਾਮੈਂਟਲ ਰਾਈਟ ਵਾਇਲੇਟ ਹੁੰਦਾ ਵਾ। ਠੀਕ ਹੈ ਜੀ, ਨੈਕਸਟ ਆਪਾਂ ਕਰਾਂਗੇ ਜੀ। ਇਹ ਅਗਰ ਆਪਾਂ ਗੱਲ ਕਰੀਏ ਟੂ ਆਲ ਦਾ ਸਿਟੀਜ਼ਨ, ਇਹ ਸਾਰੇ ਦੇ ਸਾਰੇ ਸਿਟੀਜ਼ਨਸ ਵਾਸਤੇ ਹੁੰਦਾ ਨਾ, ਮਤਲਬ ਜਿੰਨੇ ਵੀ ਭਾਰਤ ਦੇ ਨਾਗਰਿਕ ਨੇ ਉਹਨਾਂ ਕੋਲੇ ਆ। ਇਹਦੇ ਲਈ ਕਿਸੇ ਨਾਲ ਵੀ ਕੋਈ ਵੀ ਵਿਤਕਰਾ ਨਹੀਂ ਕੀਤਾ ਜਾਂਦਾ। ਠੀਕ ਆ, ਹੁਣ ਦੇਖੋ ਜੀ, ਹੁਣ ਮੇਨ ਪੁਆਇੰਟ ਆਪਾਂ ਨੂੰ ਪੇਪਰ ਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਹੀ ਬਣਨਗੇ ਕਿ ਹਾਈ ਕੋਰਟ ਦੇ ਕੋਲੇ ਜੋ ਹੈ ਫੰਡਾਮੈਂਟਲ ਰਾਈਟਸ ਅਤੇ ਲੀਗਲ ਰਾਈਟ, ਹਾਈ ਕੋਰਟ ਸਾਡੇ ਕੋਲੇ ਫੰਡਾਮੈਂਟਲ ਰਾਈਟਸ ਦੀ ਲਈ ਵੀ ਰਿਟ ਇਸ਼ੂ ਕਰ ਸਕਦੀ ਆ ਅਤੇ ਲੀਗਲ ਰਾਈਟ ਲਈ ਵੀ। ਬਟ ਜਿਹੜੀ ਸੁਪਰੀਮ ਕੋਰਟ ਆ ਨਾ ਆਪਣੇ ਕੋਲੇ, ਇਹ ਸਿਰਫ ਅਤੇ ਸਿਰਫ ਫੰਡਾਮੈਂਟਲ ਰਾਈਟਸ ਲਈ ਹੀ ਰਿਟ ਜਾਰੀ ਕਰ ਸਕਦੀ ਆ। ਠੀਕ ਹੈ ਜੀ, ਸੋ ਅਗਰ ਆਪਾਂ ਦੇਖੀਏ ਤਾਂ ਵੈਸੇ ਤਾਂ ਸਰਵਉੱਚ ਅਦਾਲਤ ਆਪਣੀ ਸੁਪਰੀਮ ਕੋਰਟ ਆ, ਬਟ ਇਹਦੇ ਵਿੱਚ ਜੋ ਅਧਿਕਾਰ ਜ਼ਿਆਦਾ ਦਿੱਤੇ ਹੋਏ ਨੇ ਉਹ ਦਿੱਤੇ ਹੋਏ ਨੇ ਆਪਣੀ ਹਾਈ ਕੋਰਟ ਨੂੰ। ਠੀਕ ਆ, ਸੋ ਲੀਗਲ ਰਾਈਟਸ ਦੇ ਅਗੇਂਸਟ ਦੇ ਲਈ ਵੀ ਰਿਟ ਜਾਰੀ ਕਰ ਸਕਦੀ ਹੈ ਹਾਈ ਕੋਰਟ। ਅੱਗੇ ਆਪਾਂ ਕਰਾਂਗੇ ਜੀ। ਹੁਣ ਜੀ ਸਾਡੇ ਕੋਲ ਨੈਕਸਟ ਸਾਡੇ ਕੋਲ ਆ ਗਿਆ ਜੀ ਮੌਲਿਕ ਅਧਿਕਾਰ ਅਸੀਮਤ ਨੇ। ਠੀਕ ਆ ਜੀ, ਇਹ ਅਨਲਿਮਟਿਡ ਨਹੀਂ ਗੇ। ਠੀਕ ਆ ਜੀ, ਸੋ ਬਹੁਤ ਸੀਮਤ ਨੇ ਇਹ। ਠੀਕ ਆ ਜੀ, ਸੋ ਇਹਦੇ ਉੱਪਰ ਅਗਰ ਆਪਾਂ ਗੱਲ ਕਰੀਏ, ਆਪਾਂ ਸਾਰੇ ਪੜ੍ਹਾਂਗੇ ਕਿਹੜੇ ਅਧਿਕਾਰ ਦਿੱਤੇ ਹੋਏ ਨੇ। ਇੱਕ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਆਪਾਂ ਨੂੰ ਇਹ ਅਧਿਕਾਰ ਦਿੱਤੇ ਗਏ ਨੇ। ਸੋ ਇਸ ਤਰ੍ਹਾਂ ਨਹੀਂ ਕਿ ਜੇ ਜੋ ਲਾਈਨ ਬਣੀ ਹੈ, ਜੋ ਉਹ 'ਤੇ ਲਿਖਿਆ ਹੋਇਆ ਹੈ, ਉਹਦਾ ਮਤਲਬ ਸੇਮ ਟੂ ਸੇਮ ਉਹੀ ਨਿਕਲਦਾ ਵਾ। ਉਹਦੇ ਉੱਪਰ ਕਾਨੂੰਨ ਦੇ ਮੁਤਾਬਕ ਉਹ ਸ਼ਰਤਾਂ ਲਿਖੀਆਂ ਹੋਈਆਂ ਨੇ ਕਿ ਅਗਰ ਇਹ ਚੀਜ਼ ਲਿਖੀ ਆ ਤਾਂ ਕਿਸ ਹੱਦ ਤੱਕ ਤੁਸੀਂ ਜਾ ਸਕਦੇ ਹੋ। ਠੀਕ ਹੈ ਜੀ,
ਸੋ ਇਹਨੂੰ ਪ੍ਰੋਟੈਕਟ ਕਰਦਾ ਹੈ ਸੁਪਰੀਮ ਕੋਰਟ, ਜੋ ਆਪਾਂ ਕਰ ਲਿਆ ਹੋਇਆ ਵਾ, ਠੀਕ ਹੈ ਜੀ। ਮੌਲਿਕ ਅਧਿਕਾਰ ਪਰਮਾਨੈਂਟ ਨੇ, ਠੀਕ ਹੈ ਜੀ, ਇਹ ਸਸਪੈਂਡ ਨਹੀਂ ਹੁੰਦੇ, ਠੀਕ ਹੈ ਜੀ। ਸੌਰੀ, ਆਪਣੇ ਪਰਮਾਨੈਂਟ ਨੇ, ਠੀਕ ਹੈ ਜੀ, ਆਪਣੀ ਉਹਦੇ ਵਿੱਚ, ਠੀਕ ਹੈ ਜੀ, ਆਪਣੇ ਅਧਿਕਾਰ ਨੇ ਇਹ, ਠੀਕ ਹੈ ਜੀ, ਸਾਰੇ ਨਾਗਰਿਕਾਂ ਦੇ। ਸਸਪੈਂਡ ਅੱਗੇ ਆਪਾਂ ਕਰਾਂਗੇ ਕਿ ਜਿਹੜੀ ਜੋ ਐਮਰਜੈਂਸੀ ਹੁੰਦੀ ਆ ਉਹਦੇ ਵਿੱਚ ਸਸਪੈਂਡ ਹੋ ਜਾਂਦੇ ਹੁੰਦੇ ਨੇ। ਸੋ 2 ਆਰਟੀਕਲ ਹੁੰਦੇ ਨੇ, 20 ਤੇ 21 ਆਰਟੀਕਲ। ਸੋ ਆਪਾਂ ਅੱਗੇ ਕਰਾਂਗੇ ਜਿਹੜੇ ਕਿ ਜੋ ਕਿ ਐਮਰਜੈਂਸੀ ਦੇ ਟਾਈਮ ਦੇ ਉੱਤੇ ਵੀ ਸਸਪੈਂਡ ਨਹੀਂ ਹੁੰਦੇ, ਠੀਕ ਹੈ ਜੀ। ਸੋ ਨੈਕਸਟ ਆ ਗਿਆ ਜੀ ਸਾਡੇ ਕੋਲੇ, ਹੁਣ ਜੀ ਸਾਡੇ ਕੋਲੇ ਅਗਰ ਆਪਾਂ ਗੱਲ ਕਰੀਏ ਤਾਂ ਕਿਹੜੇ ਅਧਿਕਾਰ ਨੇ ਆਪਣੇ ਕੋਲੇ ਮੇਨ, ਅਗਰ ਆਪਾਂ ਗੱਲ ਕਰੀਏ ਹੁਣ ਜੀ ਸ਼ੁਰੂਆਤ ਦੇ ਵਿੱਚ, ਅਗਰ ਆਪਾਂ ਗੱਲ ਕਰੀਏ ਨਾ, ਜਦੋਂ ਆਪਣੀ ਸ਼ੁਰੂਆਤ, ਜਦੋਂ ਸੰਵਿਧਾਨ ਦੇ ਵਿੱਚ ਮੌਲਿਕ ਅਧਿਕਾਰ ਐਡ ਕੀਤੇ ਸੀ, ਉਸ ਟਾਈਮ ਦੇ ਉੱਤੇ ਆਪਣੇ ਕੋਲੇ 7 ਮੌਲਿਕ ਅਧਿਕਾਰ ਸੀ। ਉਸ ਤੋਂ ਬਾਅਦ ਨਾ ਇੱਕ ਮੌਲਿਕ ਅਧਿਕਾਰ ਸੀਗਾ ਜਿਹੜਾ ਕਿ ਅਨੁਛੇਦ 31, ਠੀਕ ਆ ਜੀ, ਆਰਟੀਕਲ 31 ਦੇ ਵਿੱਚ ਇਹਨੂੰ ਰਿਮੂਵ ਕਰਤਾ ਸੀ। ਸੋ ਅੱਗੇ ਆਪਾਂ ਪੜ੍ਹਾਂਗੇ ਕਿ ਇਹਨੂੰ ਕਿਸ ਦੇ ਤਹਿਤ ਰਿਮੂਵ ਕੀਤਾ ਸੀ। ਚਲੋ ਜੀ, ਹੁਣ ਆਪਾਂ ਪੜ੍ਹਦੇ ਹਾਂ ਕਿ ਕਿਸ ਤਰ੍ਹਾਂ ਇਹ 6 ਮੌਲਿਕ ਅਧਿਕਾਰ ਕਿਹੜੇ ਨੇ ਸਾਡੇ ਕੋਲੇ। ਆਰਟੀਕਲ 14 ਤੋਂ ਲੈ ਕੇ 18 ਤੱਕ ਸਾਨੂੰ ਰਾਈਟ ਟੂ ਇਕੁਐਲਿਟੀ, ਠੀਕ ਹੈ ਜੀ, ਆਪਾਂ ਨੂੰ ਸਮਾਨਤਾ ਦਾ ਅਧਿਕਾਰ ਦਿੰਦਾ ਵਾ, ਠੀਕ ਹੈ ਜੀ। ਸੋ ਆਪਾਂ ਸਾਰਾ ਡਿਟੇਲ ਦੇ ਵਿੱਚ ਕੱਲਾ ਆਰਟੀਕਲ, ਜਿੱਦਾਂ ਇਸ ਤਰ੍ਹਾਂ ਦਾ ਆਪਾਂ ਸਿੱਧਾ ਲਿਖਿਆ ਨਾ ਵੀ 14 ਤੋਂ 18, ਇਹ ਕੱਲਾ ਆਰਟੀਕਲ ਆਪਾਂ ਡਿਟੇਲ ਦੇ ਵਿੱਚ ਪੜਾਂਗੇ ਕਿ 14 'ਚ ਕੀ ਹੁੰਦਾ, 15 'ਚ ਕੀ ਹੁੰਦਾ, 16 'ਚ ਕੀ ਹੁੰਦਾ, ਕਿਉਂਕਿ ਡਾਇਰੈਕਟ ਕੁਐਸਚਨ ਆਰਟੀਕਲ ਦੇ ਵਿੱਚੋਂ ਹੀ ਆਉਂਦੇ ਨੇ, ਠੀਕ ਹੈ ਜੀ। ਸੋ ਇਹ ਤਾਂ ਆਪਣੇ ਸੰਵਿਧਾਨ ਦੇ ਵਿੱਚ ਲਿਖੇ ਹੋਏ ਨੇ ਕਿ ਇਸ ਤੋਂ ਲੈ ਕੇ ਇੱਥੇ ਤੱਕ ਰਾਈਟ ਟੂ ਇਕੁਐਲਿਟੀ ਦਾ, ਠੀਕ ਹੈ ਜੀ। ਹੁਣ ਆ ਗਿਆ ਜੀ ਸਾਡੇ ਕੋਲ ਸੁਤੰਤਰਤਾ ਦਾ ਅਧਿਕਾਰ, ਰਾਈਟ ਟੂ ਫਰੀडम ਦਾ ਅਧਿਕਾਰ ਜਿਹੜਾ ਵਾ ਸਾਡੇ ਕੋਲੇ ਉਹ 19 ਤੋਂ 22 ਦੇ ਵਿੱਚ ਆ। 23 ਤੋਂ 24 ਦੇ ਵਿੱਚ ਕੀ ਆ ਜੀ, ਸ਼ੋਸ਼ਣ ਦੇ ਵਿਰੁੱਧ ਅਧਿਕਾਰ। ਅਗਰ ਤੁਹਾਡਾ ਕੋਈ ਵੀ ਸ਼ੋਸ਼ਣ ਕਰਦਾ ਵਾ, ਠੀਕ ਆ ਜੀ, ਕੋਈ ਵੀ ਸ਼ੋਸ਼ਣ ਨਹੀਂ ਕਰ ਸਕਦਾ। ਸੋ ਇਹਦੇ ਵਿਰੁੱਧ ਜੋ ਵੀ ਅਧਿਕਾਰ ਦਿੱਤੇ ਹੋਏ ਨੇ ਉਹ 23-24 ਆਰਟੀਕਲ 'ਚ ਦਰਜ ਆ। ਹੁਣ ਜੀ 25 ਤੋਂ 28 ਦੇ ਵਿੱਚ ਕੀ ਅਧਿਕਾਰ ਦਰਜ ਆ। 25 ਤੋਂ 28 ਦੇ ਵਿੱਚ ਸਾਡਾ ਆਇਆ ਜੀ ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਠੀਕ ਆ ਜੀ। ਤੁਹਾਨੂੰ ਅਧਿਕਾਰ ਆ ਕਿ ਤੁਸੀਂ ਕੋਈ ਵੀ ਧਰਮ ਅਪਣਾ ਸਕਦੇ ਹੋ, ਠੀਕ ਆ ਜੀ। ਇਸ ਸਾਰੀ ਡਿਟੇਲ ਦੇ ਵਿੱਚ ਆਪਾਂ ਅੱਗੇ ਕਰ ਰਹੇ ਹਾਂ ਇਹ। ਹੁਣ ਜੀ 29 ਤੇ 30 ਕੀ ਆ, ਕਹਿੰਦਾ ਜੀ ਸੱਭਿਆਚਾਰ ਅਤੇ ਸਿੱਖਿਆ ਦਾ ਅਧਿਕਾਰ। ਤੁਸੀਂ ਕੋਈ ਵੀ ਸੱਭਿਆਚਾਰ ਉਹ ਕਰ ਸਕਦੇ ਹੋ, ਠੀਕ ਹੈ ਜੀ, ਅਪਣਾ ਸਕਦੇ ਹੋ, ਅਤੇ ਕੋਈ ਵੀ ਤੁਹਾਨੂੰ ਐਜੂਕੇਸ਼ਨਲ ਰਾਈਟ ਆ, ਠੀਕ ਹੈ ਜੀ। 14 ਸਾਲ ਦੇ ਬੱਚੇ ਨੂੰ ਜੋ ਵੀ ਆ, ਠੀਕ ਹੈ ਜੀ, 6 ਤੋਂ 14 ਸਾਲ ਦੇ ਬੱਚੇ ਨੂੰ ਐਜੂਕੇਸ਼ਨ ਲੈਣ ਦਾ ਹੱਕ ਵਾ, ਠੀਕ ਹੈ ਜੀ। ਨੈਕਸਟ ਆ ਗਿਆ ਜੀ ਸਾਡੇ ਕੋਲ 31 ਨੰਬਰ ਆਰਟੀਕਲ, ਜਿਹੜਾ ਕਿ ਰਿਮੂਵ ਹੋ ਗਿਆ। ਇਹ ਤੁਸੀਂ ਯਾਦ ਕਰਦਾ, ਹੁਣ ਆਪਾਂ ਨੂੰ ਇਹ ਕੁਐਸਚਨ ਬਣਦਾ ਕਿ ਜਿਹੜਾ ਕਿ 31 ਨੰਬਰ ਆਰਟੀਕਲ ਹੈ ਕੀ ਸੀ, ਇਹ ਤੁਹਾਨੂੰ ਮੈਂ ਡਿਟੇਲ ਦੇ ਵਿੱਚ ਦੱਸਦਾ ਵਾਂ। ਅਗਰ ਆਪਾਂ ਗੱਲ ਕਰੀਏ, ਇਹ ਨਾ ਜਾਇਦਾਦ ਦਾ ਅਧਿਕਾਰ ਸੀਗਾ। ਇਹਦੇ ਵਿੱਚ ਇੱਕ ਨਾ ਸੋਧ ਹੋਈ ਸੀ, 44ਵੀਂ ਸੋਧ ਹੋਈ ਸੀ, ਜਿਹਦੇ ਵਿੱਚ ਕਿ ਮੌਲਿਕ ਅਧਿਕਾਰਾਂ ਦੀ ਸੂਚੀ 'ਚੋਂ ਇਹਨੂੰ ਰੱਦ ਕਰਤਾ ਅਤੇ ਆਰਟੀਕਲ 300 ਏ, ਠੀਕ ਹੈ ਜੀ, ਆਰਟੀਕਲ 300 ਏ ਦੇ ਅਧੀਨ ਇਹਨੂੰ ਲੀਗਲ ਰਾਈਟ ਬਣ ਗਿਆ ਸੀ ਉਸ ਟਾਈਮ ਦੇ ਉੱਤੇ। ਕਿਉਂਕਿ ਇੱਕ ਨਾ ਉਸ ਟਾਈਮ ਦੇ ਉੱਤੇ ਉਹ ਇੱਕ ਕੇਸ ਹੋਇਆ ਸੀ, ਕੇਸ਼ਵਾਨੰਦ ਭਾਰਤੀ ਕੇਸ, ਠੀਕ ਹੈ ਜੀ। ਕੇਸ਼ਵਾਨੰਦ ਭਾਰਤੀ ਕੇਸ ਹੋਇਆ ਸੀ, ਜਿਹਦੇ ਵਿੱਚ ਕਿ ਕੇਸ਼ਵਾਨੰਦ ਭਾਰਤੀ ਜੋ ਸੀਗਾ ਉਹਦੀ ਨਾ ਜ਼ਮੀਨ ਸਰਕਾਰ ਦੇ, ਕੇਰਲ ਸਰਕਾਰ ਦੇ ਅਗੇਂਸਟ ਹੋਇਆ ਸੀ। ਕੇਰਲ ਸਰਕਾਰ ਦੇ ਨਾ ਅੰਡਰ ਆ ਗਈ ਸੀ ਉਹਦੇ ਪ੍ਰੋਜੈਕਟ ਦੇ ਵਿੱਚ। ਸੋ ਉਸ ਟਾਈਮ ਦੇ ਉੱਤੇ ਇਹ ਅਧਿਕਾਰ ਸੀਗਾ, ਤਾਂ ਇਹ ਨਾ ਆਪਣਾ ਸਿੱਧਾ ਕੋਰਟ ਚੜਿਆ ਜਾਂਦਾ। ਕੋਰਟ ਦੇ ਵਿੱਚ ਕੇਸ਼ਵਾਨੰਦ ਭਾਰਤੀ ਜੋ ਹੈ ਉਹ ਆਪਣਾ ਨਾ ਕੇਸ ਹਾਰ ਜਾਂਦਾ ਵਾ ਉਸ ਟਾਈਮ ਦੇ ਉੱਤੇ ਨਾ। ਜਦੋਂ ਉਸ ਟਾਈਮ ਦੇ ਉੱਤੇ ਇਕੱਲਾ ਵੈਸੇ ਉਸ ਟਾਈਮ ਦੇ ਉੱਤੇ ਜੋ ਆਰਟੀਕਲ 31 ਜੋ ਸੀਗਾ ਨਾ, ਤੁਹਾਡਾ ਰਾਈਟ ਟੂ ਪ੍ਰੋਪਰਟੀ ਦਾ ਅਧਿਕਾਰ ਵੀ ਸੀਗਾ ਉਸ ਟਾਈਮ ਦੇ ਉੱਤੇ, ਠੀਕ ਹੈ ਜੀ। ਸੋ ਉਹਦੀ ਪ੍ਰੋਪਰਟੀ ਸੀ, ਉਹ ਪ੍ਰੋਪਰਟੀ ਦੇ ਨਹੀਂ ਸੀ ਰਿਹਾ। ਉਹ ਕਹਿੰਦਾ ਸੀ ਵੀ ਉਹਦਾ ਨਾ ਉੱਥੇ ਕੋਈ ਆਸ਼ਰਮ ਸੀਗਾ, ਸੋ ਉਹ ਕਹਿੰਦਾ ਸੀ ਕਿ ਮੈਂ ਨਹੀਂ ਬੰਦ ਕਰ ਸਕਦਾ ਵਾ ਇਸ ਆਸ਼ਰਮ ਨੂੰ, ਠੀਕ ਹੈ ਜੀ। ਸੋ ਜਦੋਂ ਉਹਨਾਂ ਨੇ ਰੱਦ ਕਰਤਾ, ਠੀਕ ਹੈ ਜੀ, ਉਸ ਤੋਂ ਬਾਅਦ ਵੀ ਜਦੋਂ ਉਹ ਅੱਗੇ ਗਿਆ ਕੋਰਟ ਦੇ ਵਿੱਚ ਗਿਆ, ਠੀਕ ਹੈ ਜੀ, ਕੋਰਟ ਦੇ ਵਿੱਚ ਉਸ ਟਾਈਮ ਦੇ ਉੱਤੇ ਨਾ ਜਿਊਰੀ ਡਿਸੀਜ਼ਨ ਲੈਂਦੀ ਹੁੰਦੀ ਸੀ, ਜੂਰੀ। ਹੁਣ ਜਿਊਰੀ ਦੇ ਵਿੱਚ ਕਿਹੜੇ ਜਿਊਰੀ ਦੇ ਵਿੱਚ ਉਸ ਟਾਈਮ 13 ਮੈਂਬਰ ਸੀ, ਠੀਕ ਹੈ ਜੀ। ਉਹਦੇ ਵਿੱਚ ਅਗਰ ਆਪਾਂ ਗੱਲ ਕਰੀਏ 6 ਮੈਂਬਰਾਂ ਨੇ ਵੋਟ ਪਾਈ ਸੀਗੀ ਇਹਦੇ ਕੇਸ਼ਵਾਨੰਦ ਭਾਰਤੀ ਦੇ ਹੱਕ 'ਚ, ਅਤੇ 7 ਜਿਹੜੇ ਮੈਂਬਰ ਸੀਗੇ ਉਹਨਾਂ ਨੇ ਵੋਟ ਪਾਤੀ ਜੀ ਚੱਕ ਕੇ ਕਿ ਆਪਣੀ ਕੇਰਲ ਸਰਕਾਰ ਦੇ, ਕਿ ਕੇਰਲ ਸਰਕਾਰ ਸਹੀ ਹੈ। ਸੋ ਉਸ ਟਾਈਮ ਦੇ ਉੱਤੇ ਸੁਪਰੀਮ ਕੋਰਟ ਨੂੰ ਇਹ ਲੱਗਿਆ ਕਿ ਆਪਾਂ ਨੂੰ ਇਹ ਅਧਿਕਾਰ ਜੋ ਰਾਈਟ ਟੂ ਪ੍ਰੋਪਰਟੀ ਅਧਿਕਾਰ ਸਹੀ ਨਹੀਂ ਹੈ, ਇਹਦੇ ਅਧੀਨ ਬਹੁਤ ਜ਼ਿਆਦਾ ਸਾਰੀਆਂ ਪ੍ਰੋਬਲਮਸ ਆ ਸਕਦੀਆਂ ਅੱਗੇ ਜਾ ਕੇ। ਸੋ 1978 ਦੇ ਵਿੱਚ 44ਵੀਂ ਸੋਧ ਦੇ ਵਿੱਚ ਇਹਨਾਂ ਨੇ ਇਹਨੂੰ ਇੱਕ ਲੀਗਲ ਰਾਈਟ ਬਣਾਤਾ ਸੀ, ਠੀਕ ਹੈ ਜੀ। ਇਹ ਵੀ ਤੁਸੀਂ ਨਾਮ ਵੀ ਇੱਥੇ ਲਿਖਿਆ ਨਹੀਂ ਹੋਇਆ, 1978 ਦੇ ਵਿੱਚ ਹੋਈ ਸੀ ਇਹ ਅਮੈਂਡਮੈਂਟ, ਠੀਕ ਹੈ ਜੀ। ਵੈਸੇ ਅੱਗੇ ਆਪਾਂ ਜਦੋਂ ਅਮੈਂਡਮੈਂਟ ਕਰਾਂਗੇ ਉਹਦੇ ਵਿੱਚ ਸਾਰਾ ਡਿਟੇਲ ਦੇ ਵਿੱਚ ਕਰ ਲਾਂਗੇ। ਸੋ ਇਹ ਤੁਸੀਂ ਯਾਦ ਕਰਨਾ, ਓਵਰਵਿਊ ਤੁਹਾਨੂੰ ਦਿੱਤਾ। ਹੁਣ ਜੀ ਆਰਟੀਕਲ 32, ਆਹ ਸਭ ਤੋਂ ਫੇਵਰੇਟ ਟੌਪਿਕ ਆ। ਆਹ ਵਾਲਾ ਕੁਐਸਚਨ ਆ ਜੋ ਹਰੇਕ ਪੇਪਰ ਦੇ ਵਿੱਚ, ਚਾਹੇ ਤੁਸੀਂ ਕਿਸੇ ਪੇਪਰ ਚਲੇ ਜਾਓ, ਕਿ ਸੰਵਿਧਾਨ ਦਾ ਰਾਈਟ ਟੂ ਕੌਂਸਟੀਟਿਊਸ਼ਨਲ ਰੀਮੇਡੀ, ਇਹਦੇ ਤਹਿਤ ਕੋਈ ਵੀ ਬੰਦਾ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਸਕਦਾ ਕਿ ਮੇਰੇ ਫੰਡਾਮੈਂਟਲ ਰਾਈਟ ਵਾਇਲੇਟ ਹੋਏ ਆ, ਠੀਕ ਹੈ ਜੀ। ਸੋ ਅਨੁਛੇਦ 32, ਠੀਕ ਹੈ, ਇਹਨੂੰ ਹੀ ਇਹੀ ਜਿਹੜਾ ਆਰਟੀਕਲ ਆ ਇਹਨੂੰ ਹੀ ਹਾਰਟ ਐਂਡ ਸੋਲ ਆਫ ਦਾ ਕੌਂਸਟੀਟਿਊਸ਼ਨ ਕਿਹਾ ਜਾਂਦਾ। ਡਾਕਟਰ BR ਅੰਬੇਦਕਰ ਨੇ ਕਿਹਾ ਸੀ ਇਹ, ਠੀਕ ਹੈ ਜੀ। ਸੋ
ਅੱਗੇ ਆਪਾਂ ਹੁਣ ਇਹਨੂੰ ਡਿਟੇਲ ਦੇ ਵਿੱਚ ਕਰਾਂਗੇ ਜੀ। ਸੋ 12-13 ਜਿਹੜਾ ਆਰਟੀਕਲ ਨੇ ਨਾ, ਇਹਦੇ ਵਿੱਚ ਜ਼ਿਆਦਾ ਨਹੀਂ ਪੁੱਛਦੇ ਗਏ 12-13। ਐਕਚੁਅਲ ਆਰਟੀਕਲ ਜੋ ਹੋਇਆ ਨਾ ਸਾਡੇ 14 ਨੰਬਰ ਆਰਟੀਕਲ ਤੋਂ ਹੀ ਸਟਾਰਟ ਹੁੰਦੇ ਨੇ, ਠੀਕ ਹੈ ਜੀ। ਫਿਰ ਵੀ ਆਪਾਂ ਕਰਾਂਗੇ 12 ਆਰਟੀਕਲ 'ਚ ਲਿਖਿਆ ਕੀ ਹੋਇਆ, ਇਹਦੇ 'ਚ ਰਾਜ ਸ਼ਬਦ ਲਿਖਿਆ, ਜਿਹਦਾ ਅਰਥ ਹੁੰਦਾ ਹੈ ਸੰਘ, ਰਾਜ, ਸੰਸਦ, ਵਿਧਾਨ ਸਭਾ, ਰਾਜ ਸੱਤਾਧਾਰੀ। ਕਿਉਂਕਿ ਜੋ ਅੱਗੇ ਸਟੇਟ ਵਰਡ ਹੋਊਗਾ ਨਾ, ਸਟੇਟ ਵਰਡ ਮੈਂਸ਼ਨ ਹੁੰਦਾ ਵਾ, ਕਿਉਂਕਿ ਉਹਦੇ ਵਿੱਚ ਜੋ ਵੀ ਹੁੰਦਾ ਵਾ, ਅਗਰ ਆਪਾਂ ਗੱਲ ਕਰੀਏ ਜੋ ਫੰਡਾਮੈਂਟਲ ਰਾਈਟਸ, ਜੋ ਕੌਨਸਟੀਟਿਊਸ਼ਨਲ ਲੈਂਗੁਏਜ ਹੁੰਦੀ ਆ, ਉਹਦੇ ਵਿੱਚ ਸਟੇਟ ਕਰਕੇ ਹੀ ਲਿਖਿਆ ਹੁੰਦਾ ਕਿ ਸਟੇਟ ਇਹ ਚੀਜ਼ ਨਹੀਂ ਕਰ ਸਕਦੀ, ਰਾਜ ਇਹ ਚੀਜ਼ ਨਹੀਂ ਕਰ ਸਕਦੇ, ਇਹਦੇ ਵਿੱਚ ਇਹ ਸਾਰਾ ਕੁਛ ਆ ਜਾਂਦਾ, ਠੀਕ ਹੈ ਜੀ। ਇਹ ਸਾਰਾ ਕੁਛ ਆ ਜਾਂਦਾ। 13 ਨੰਬਰ ਆਰਟੀਕਲ 13 ਨੰਬਰ ਆਰਟੀਕਲ 'ਚ ਉਹ ਕਹਿੰਦੇ ਜੀ ਕਾਨੂੰਨ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਨਗੇ, ਜਿਹੜੇ ਵੀ ਕਾਨੂੰਨ ਮੌਲਿਕ ਅਧਿਕਾਰਾਂ ਨੂੰ ਉਲੰਘਣਾ ਕਰਨਗੇ ਉਹਨਾਂ ਨੂੰ ਸਰਵਉੱਚ ਅਤੇ ਉੱਚ ਅਦਾਲਤ ਰੱਦ ਕਰਨ ਦੀ ਸ਼ਕਤੀ ਰੱਖਣੇ। ਕੋਈ ਵੀ ਅਗਰ ਆਪਣਾ ਕੋਈ ਵੀ ਸਰਕਾਰੀ ਏਜੰਸੀ ਜਾਂ ਅਗਰ ਆਪਾਂ ਸਪੋਜ਼ ਕਰ ਲਓ ਕਿ ਅਗਰ ਮੰਨ ਲਓ ਪੁਲਿਸ ਡਿਪਾਰਟਮੈਂਟ ਹੀ ਆ, ਉਹ ਇਹਦੀ ਉਲੰਘਣਾ ਕਰਨਗੇ ਨਾ ਤਾਂ ਉਹਦੇ 'ਤੇ ਵੀ ਕਾਰਵਾਈ ਹੋਊਗੀ। ਇਹਦੇ ਵਾਸਤੇ ਇਹ ਨਹੀਂ ਗਾ ਕਿ ਮੌਲਿਕ ਕਿ ਉਹ ਪੁਲਿਸ ਕਰਮਚਾਰੀ ਆ, ਉਹ DSP ਲੱਗਿਆ, ਉਹ DIG ਆ, ਉਹਨੇ ਮੌਲਿਕ ਅਧਿਕਾਰ ਦਾ ਤੁਹਾਡਾ ਉਲੰਘਣਾ ਕਰਤੀ ਤੇ ਉਹਦੇ ਉੱਤੇ ਕੋਈ ਚਾਰਜਸ ਨਹੀਂ ਹੋਊਗਾ, ਠੀਕ ਹੈ ਜੀ। ਉਹਦੇ ਅਗੇਂਸਟ ਸਰਵਉੱਚ ਅਦਾਲਤ ਤੇ ਉੱਚ ਅਦਾਲਤ ਉਹਨੂੰ ਕਰਨ ਦੀ ਸ਼ਕਤੀ ਰੱਖਦੀ ਆ, ਠੀਕ ਹੈ ਜੀ, ਕਾਰਵਾਈ। ਸੋ ਇਹ 13 ਨੰਬਰ ਆਰਟੀਕਲ। ਹੁਣ ਜੀ 14 ਤੋਂ 18, ਹੁਣ ਸਾਡੇ ਕੋਲ ਜਿਹੜਾ ਪਹਿਲਾ ਵਾ ਨਾ, ਹੁਣ ਆਪਾਂ 14 ਤੋਂ 18 ਜੋ ਆਪਣਾ ਪਹਿਲਾ ਫੰਡਾਮੈਂਟਲ ਰਾਈਟ ਆ, ਉਹਦੇ ਵਿੱਚ ਆਪਾਂ ਇਹਨੂੰ ਡਿਟੇਲ ਦੇ ਵਿੱਚ ਕਰਾਂਗੇ। 14 'ਚ ਕੀ ਆ ਜੀ, ਆਪਾਂ ਨੂੰ ਕੁਐਸਚਨ ਆਊਗਾ ਕਿ ਇਕੁਐਲਿਟੀ ਬਿਫੋਰ ਲਾ ਜਿਹੜਾ ਵਾ, ਠੀਕ ਆ ਜੀ, ਕਾਨੂੰਨ ਦੇ ਅੱਗੇ ਬਰਾਬਰੀ ਜਿਹਨੂੰ ਆਪਾਂ ਕਹਿੰਦੇ ਆ, ਇਕੁਐਲਿਟੀ ਬਿਫੋਰ ਲਾ ਜਿਹੜੀ ਕਿ ਸਮਾਨਤਾ ਦਾ ਉਹ ਦਿੰਦੀ ਆ ਆਪਾਂ ਨੂੰ ਅਧਿਕਾਰ। ਤੇ ਉਹਦੇ ਵਿੱਚ ਉਹ ਕਹਿੰਦੇ ਵੀ ਦੱਸੋ, ਆਪਾਂ ਨੂੰ ਪੁੱਛਣਗੇ ਕਿਹੜੇ ਆਰਟੀਕਲ 'ਚ ਆ, ਇਹ 14 'ਚ ਆ। ਪਹਿਲੀ ਲਾਈਨ ਤੁਹਾਡੀ ਇਹ ਯਾਦ ਹੋਊਗੀ। ਨੈਕਸਟ ਉਹ ਕਹਿੰਦੇ ਜੀ ਕਾਨੂੰਨ ਅੱਗੇ ਬਰਾਬਰੀ ਸਾਰੇ ਨਾਗਰਿਕਾਂ ਨੂੰ ਕਾਨੂੰਨ ਦੀ ਸਮਾਨ ਸੁਰੱਖਿਆ ਪ੍ਰਦਾਨ ਕਰਦੀ ਆ, ਠੀਕ ਹੈ। ਜਿੰਨੇ ਵੀ ਸਾਰੇ ਨਾਗਰਿਕ ਆਪਣੇ ਭਾਰਤ ਦੇ, ਕਾਨੂੰਨ ਉਹਨਾਂ ਸਾਰਿਆਂ ਲਈ ਇੱਕ ਆ। ਇਸ ਤਰ੍ਹਾਂ ਨਹੀਂ ਕਿ ਕੋਈ ਬੱਚਾ, ਕੋਈ ਮੰਨ ਲਓ ਕੋਈ ਚਪੜਾਸੀ ਦਾ ਬੱਚਾ ਹੈ ਤੇ ਉਹਨੂੰ ਉਹਦੇ ਲਈ ਅਲੱਗ ਕਾਨੂੰਨ ਆ, ਤੇ ਜੋ ਇੱਕ DSP ਦਾ ਬੱਚਾ ਹੈ ਉਹਦੇ ਲਈ ਅਲੱਗ ਕਾਨੂੰਨ ਆ। ਸਾਰਿਆਂ ਲਈ ਇੱਕੋ ਇੱਕ ਕਾਨੂੰਨ ਆ, ਠੀਕ ਹੈ ਜੀ। ਰਾਜ ਕਿਸੇ ਵਿਅਕਤੀ ਨੂੰ ਕਾਨੂੰਨ ਸਾਹਮਣੇ ਸਮਾਨਤਾ ਜਾਂ ਆਪਣਾ ਜਾਂ ਖੇਤਰ ਵਿੱਚ ਕਾਨੂੰਨ ਦੀ ਬਰਾਬਰ ਸੁਰੱਖਿਆ ਤੋਂ ਵਾਂਝਾ ਨਹੀਂ ਕਰ ਸਕਦਾ, ਠੀਕ ਹੈ ਜੀ। ਦੇਸ਼ ਦੇ ਸਾਰੇ ਕਾਨੂੰਨ ਹੇਠ ਸਾਰੇ ਵਿਅਕਤੀਆਂ ਦੀ ਬਰਾਬਰ ਕਾਨੂੰਨੀ ਸੁਰੱਖਿਆ ਵਾ, ਠੀਕ ਹੈ ਜੀ। ਬਸ ਇਹਦੇ ਵਿੱਚ ਸਿਰਫ ਇੰਨੀ ਯਾਦ ਕਰਦਾ। ਹੁਣ ਜੀ ਇਹਦੇ ਵਿੱਚ ਮੇਨ ਚੀਜ਼ ਇਹ ਆ, ਇਹਦੇ ਵਿੱਚ ਇਹ ਜੀ ਵੀ ਲਿਖਿਆ ਕਿ ਰਾਸ਼ਟਰਪਤੀ ਤੇ ਗਵਰਨਰ ਆ ਨਾ ਜਿਹੜਾ, ਉਹਨਾਂ ਦੇ ਕਾਰਜਕਾਲ ਦਾ, ਮੰਨ ਲਓ ਰਾਸ਼ਟਰਪਤੀ ਅਤੇ ਗਵਰਨਰ ਦਾ ਜੋ ਕਾਰਜਕਾਲ ਉਸ ਟਾਈਮ ਦੇ ਉੱਤੇ ਹੁੰਦਾ ਵਾ, ਜਿਹੜੇ ਟਾਈਮ 'ਤੇ, ਸੋ ਉਸ ਦੌਰਾਨ ਉਹਦੇ ਕਿਤੇ ਕੰਮਾਂ ਦੇ ਵਿਰੁੱਧ ਤੁਸੀਂ ਕੋਈ ਵੀ ਬੰਦਾ ਆਵਾਜ਼ ਉਠਾ ਕੇ ਉਹਨੂੰ ਅਦਾਲਤ ਦੇ ਤੱਕ ਨਹੀਂ ਬੁਲਾਇਆ ਜਾ ਸਕਦਾ, ਠੀਕ ਹੈ ਜੀ। ਨਾ ਹੀ ਇਹਨਾਂ ਨੂੰ ਜੇਲ੍ਹ ਭੇਜਿਆ ਜਾ ਸਕਦਾ। ਸੋ ਠੀਕ ਹੈ ਜੀ, ਜੋ ਰਾਸ਼ਟਰਪਤੀ ਤੇ ਗਵਰਨਰ ਦੀ ਪੋਸਟ ਆ ਨਾ, ਇਹਨਾਂ ਨੂੰ ਉਹਨਾਂ ਨੇ ਸੁਰੱਖਿਅਤ ਕੀਤਾ ਹੋਇਆ, ਠੀਕ ਹੈ ਜੀ, ਪ੍ਰੈਜ਼ੀਡੈਂਟ ਦੀ ਤੇ ਗਵਰਨਰ ਦੀ, ਠੀਕ ਹੈ ਜੀ। ਸੋ ਨੈਕਸਟ ਆ ਗਿਆ ਜੀ ਸਾਡੇ ਕੋਲ, ਇਹ ਆਪਣਾ ਇੰਗਲਿਸ਼ ਦੇ ਵਿੱਚ ਦਿੱਤਾ ਹੋਇਆ, ਸੋ ਤੁਸੀਂ ਕਰ ਲੈਣਾ ਵਾ PDF ਦੇ ਵਿੱਚ। ਸੋ ਅੱਗੇ ਆ ਗਿਆ ਜੀ ਸਾਡੇ ਕੋਲ ਆਰਟੀਕਲ 15। ਆਰਟੀਕਲ 15 ਕਹਿੰਦਾ ਜੀ ਵਿਤਕਰੇ ਦੀ ਮਨਾਹੀ। ਇਹਦੇ ਵਿੱਚ ਹੁੰਦਾ ਕਿ ਤੁਸੀਂ ਕਿਸੇ ਦੇ ਨਾਲ ਵੀ ਵਿਤਕਰਾ ਨਹੀਂ ਕਰ ਸਕਦੇਗੇ, ਠੀਕ ਹੈ ਜੀ। ਹੁਣ ਇਸ ਆਰਟੀਕਲ 15 ਦੇ ਉੱਤੇ ਇੱਕ ਮੂਵੀ ਵੀ ਬਣੀ ਹੈ ਆਯੁਸ਼ਮਾਨ ਖੁਰਾਨਾ ਦੀ, ਆਰਟੀਕਲ 15 ਬਣੀ ਹੋਈ ਹੈ, ਠੀਕ ਹੈ। ਇਹ ਵੀ ਤੁਸੀਂ ਦੇਖ ਸਕਦੇ ਹੋ। ਇਹਦੇ ਵਿੱਚ ਸਾਰਾ ਆਰਟੀਕਲ 15 ਦੇ ਬਾਰੇ ਜ਼ਿਕਰ ਹੈ ਕਿ ਕਿਸ ਤਰ੍ਹਾਂ ਜੋ ਧਰਮ ਦੇ ਆਧਾਰ ਦੇ ਉੱਤੇ ਜਾਂ ਨਸਲ ਤੇ, ਜਾਤ ਤੇ, ਲਿੰਗ ਦੇ ਜਾਂ ਜਨਮ ਸਥਾਨ, ਕਿਸੇ ਵੀ ਆਧਾਰ ਦੇ ਉੱਤੇ ਜੋ ਵਿਤਕਰਾ ਕਰਦੇ ਸੀ, ਠੀਕ ਹੈ ਜੀ। ਸੋ ਇਹ ਨਹੀਂ ਤੁਸੀਂ ਕਰ ਸਕਦੇ। ਅਗਰ ਆਪਾਂ ਗੱਲ ਕਰੀਏ ਧਰਮ ਦੇ ਆਧਾਰ 'ਤੇ, ਸੋ ਮੈਂ ਬੋਲ ਹੀ ਦਿੱਤਾ ਹੋਇਆ ਇਹ ਲਾਈਨ ਤਾਂ, ਧਰਮ ਦੇ ਆਧਾਰ 'ਤੇ, ਨਸਲ ਦੇ ਆਧਾਰ 'ਤੇ, ਜਾਤ ਦੇ ਆਧਾਰ 'ਤੇ, ਲਿੰਗ ਦੇ ਆਧਾਰ 'ਤੇ, ਜਨਮ ਸਥਾਨ ਦੇ ਆਧਾਰ 'ਤੇ ਤੁਸੀਂ ਵਿਤਕਰੇ ਨਹੀਂ ਕਰ ਸਕਦਾ। ਕੋਈ ਵੀ ਵਿਅਕਤੀ ਕਿਸੇ ਨਾਲ ਵੀ, ਕਿਸੇ ਵੀ ਵਿਅਕਤੀ ਨੂੰ ਹੋਟਲਾਂ, ਦੁਕਾਨਾਂ, ਰੈਸਟੋਰੈਂਟਾਂ ਅਤੇ ਲੋਕਾਂ ਦੀਆਂ ਮਨੋਰੰਜਨ ਵਾਲੀਆਂ ਜਨਤਕ ਥਾਵਾਂ ਵਿੱਚ ਦਾਖਲ ਹੋਣ ਜਾਂ ਖੂਹਾਂ, ਟੈਂਕਾਂ, ਇਸ਼ਨਾਨ ਘਾਟਾਂ, ਸੜਕਾਂ, ਜਨਤਕ ਸਾਧਨ ਜੋ ਰਾਜਕੋਸ਼ਾਂ ਦੁਆਰਾ ਕਾਇਮ ਕੀਤੇ ਜਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੰਨ ਲਓ ਕਿਸੇ ਬੰਦੇ ਨੇ ਕਿਤੇ ਵੀ ਜਾਣਾ ਵਾ ਤਾਂ ਉਹ ਜਾ ਸਕਦਾ, ਉਹਨੂੰ ਤੁਸੀਂ ਇਨਕਾਰ ਨਹੀਂ ਕਰ ਸਕਦੇ। ਹਾਲਾਂਕਿ ਅਗਰ ਆਪਾਂ ਗੱਲ ਕਰੀਏ ਇਹ ਜ਼ਿਆਦਾਤਰ ਇਹ ਲਾਗੂ ਨਹੀਂ ਹੁੰਦਾ, ਕਿਉਂਕਿ ਅਗਰ ਆਪਾਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਗਰ ਆਪਾਂ ਬਾਹਰ ਦੇਖਦੇ ਹਾਂ ਨਾ, ਤਾਂ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਵਾ ਵੀ ਹਾਂ ਇਹ ਨਹੀਂ, ਕਿਉਂਕਿ ਲੋਕ ਥੋੜ੍ਹਾ ਬਹੁਤ ਭੇਦਭਾਵ ਕਰਦੇ ਨੇ, ਬਟ ਉਹ ਗਲਤ ਆ। ਬਟ ਜੋ ਵੀ ਐਜੂਕੇਟਡ ਬੰਦਾ ਵਾ ਨਾ, ਜੋ ਵੀ ਐਜੂਕੇਟਡ ਆ, ਜੋ ਪੜ੍ਹਿਆ ਲਿਖਿਆ ਬੱਚਾ ਹੈ, ਬੰਦਾ ਹੈ, ਕੋਈ ਵੀ ਇਨਸਾਨ ਹੈ, ਉਸ ਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ। ਸੋ ਅਗਰ ਜਿਸ ਨੂੰ ਵੀ ਇਹ ਚੀਜ਼ ਨਹੀਂ ਪਤਾ ਸੀ, ਸੋ ਅੱਜ ਤੋਂ ਤੁਹਾਨੂੰ ਪਤਾ ਲੱਗ ਚੁੱਕਿਆ ਕਿ ਇਹ ਇੱਕ ਫੰਡਾਮੈਂਟਲ ਰਾਈਟ ਆ। ਅਗਰ ਤੁਸੀਂ ਕਿਸੇ 'ਤੇ ਵੀ ਕਿਸੇ ਦੀ ਜਾਤ ਦੇ ਆਧਾਰ ਦੇ ਉੱਤੇ ਜਾਂ ਕਿਸੇ ਦੇ ਰੰਗ ਦੇ ਆਧਾਰ 'ਤੇ ਕੋਈ ਵੀ ਟਿੱਪਣੀ ਕਰਦੇ ਹੋ ਤਾਂ ਉਹ ਬੰਦਾ ਤੁਹਾਨੂੰ ਕੋਰਟ ਤੱਕ ਲੈ ਕੇ ਜਾ ਸਕਦਾ, ਠੀਕ ਹੈ ਜੀ। ਸੋ ਇਹ ਆਪਾਂ ਨੂੰ ਰਾਈਟ ਦਿੱਤਾ ਹੋਇਆ ਵਾ, ਠੀਕ ਹੈ ਜੀ। ਸੋ ਇਹ ਤੁਸੀਂ ਚੰਗੀ ਤਰ੍ਹਾਂ ਕਰ ਲੈਣਾ ਵਾ, ਠੀਕ ਹੈ ਜੀ। ਸੋ ਅੱਗੇ ਆ ਗਿਆ ਜੀ ਸਾਡੇ ਕੋਲ ਆਰਟੀਕਲ 16। ਆਰਟੀਕਲ 16 ਦੇ ਵਿੱਚ ਉਹ ਕਹਿੰਦੇ ਆ ਜੀ ਮੌਕੇ ਦੀ ਸਮਾਨਤਾ, ਜਿਹੜੀਆਂ ਕਿ ਪਬਲਿਕ ਜੋ ਪੋਸਟ ਨਿਕਲਦੀਆਂ ਨੇ, ਜੋ ਰੁਜ਼ਗਾਰ ਜਾਂ ਨਿਯੁਕਤੀ ਦੇ ਸੰਬੰਧ ਦੇ ਵਿੱਚ ਜੋ ਮੌਕਿਆਂ ਦੀ ਸਮਾਨਤਾ ਪ੍ਰਾਪਤ ਹੁੰਦੀ ਹੈ ਇਹਦੇ ਵਿੱਚ,
ਠੀਕ ਹੈ ਜੀ। ਸੋ ਜੋ ਵੀ ਵਿਅਕਤੀ ਅਗਰ ਕੋਈ ਵੀ ਨਾਗਰਿਕ, ਮੰਨ ਲਓ ਆਪਾਂ ਹੀ ਹੈ, ਠੀਕ ਹੈ, ਸੋ ਆਪਾਂ ਅਗਰ ਕੱਲ੍ਹ ਨੂੰ ਤੁਸੀਂ ਪੇਪਰ ਦੇਣਾ ਹੈ, ਕੋਈ ਵੀ ਦੇਣਾ ਹੈ, ਇਸ ਤਰ੍ਹਾਂ ਤਾਂ ਨਹੀਂ ਕਿ ਸਰਕਾਰ ਸਿੱਧਾ ਬਾਹਰੋਂ ਬਾਹਰ ਬੰਦੇ ਰੱਖ ਲਏਗੀ, ਠੀਕ ਹੈ ਜੀ। ਮੰਨ ਲਓ ਸਪੋਜ਼ ਕਰ ਲਓ ਅੱਗੇ ਤੁਹਾਡੀ ਪਟਵਾਰੀ ਦੀ ਪੋਸਟ ਨਿਕਲੇ ਹੁੰਦੀ ਹੈ, ਠੀਕ ਹੈ, 1100 ਪੋਸਟਾਂ ਆ ਗਈਆਂ, ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ 1100 ਬੰਦਾ ਉਹ ਬਾਹਰੋਂ ਰੱਖ ਲਊਗਾ। ਸਰਕਾਰ ਨੂੰ ਉਹਦੇ ਲਈ ਇੱਕ ਐਡਵਰਟਾਈਜ਼ਮੈਂਟ ਜਾਰੀ ਕਰਨੀ ਪਊਗੀ, ਉਹਦੇ ਵਿੱਚ ਉਹ ਸਾਰਾ ਸ਼ਰਤਾਂ ਲਿਖਣਗੇ ਕਿ ਇਸ ਦਾ ਪੇਪਰ ਹੋਵੇਗਾ, ਜੋ ਵੀ ਕ੍ਰਾਈਟੇਰੀਆ ਹੋਏਗਾ ਉਹ ਸਾਰਾ ਜ਼ਿਕਰ ਹੋਵੇਗਾ, ਠੀਕ ਹੈ। ਸੋ ਸਾਰਿਆਂ ਨੂੰ ਮੌਕਿਆਂ ਦੀ ਸਮਾਨਤਾ ਦਾ ਪ੍ਰਦਾਨ ਕਰਦਾ ਵਾ। ਸੋ ਰੁਜ਼ਗਾਰ ਦੇਣ ਦੇ ਸੰਬੰਧ ਵਿੱਚ ਧਰਮ, ਨਸਲ, ਜਾਤ, ਲਿੰਗ, ਜਨਮ ਸਥਾਨ, ਰਿਹਾਇਸ਼ ਜਾਂ ਇਹਨਾਂ ਦੇ ਕਿਸੇ ਵੀ ਆਧਾਰ 'ਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ, ਠੀਕ ਹੈ ਜੀ। ਹੁਣ ਅੱਗੇ ਆ ਗਿਆ ਸਾਡੇ ਕੋਲ, ਇਹ ਅਧਿਕਾਰ ਰਾਜ ਨੂੰ ਕਿਸੇ ਪਛੜੀ ਸ਼੍ਰੇਣੀ ਦੇ ਹੱਕ ਵਿੱਚ ਨੌਕਰੀਆਂ ਦੇ ਰਾਖਵੇਂ ਕਰਨ ਦੀ ਵਿਵਸਥਾ ਤੋਂ ਰਾਜ ਨੂੰ ਨਹੀਂ ਰੋਕਦਾ, ਠੀਕ ਹੈ ਜੀ। ਇਸ ਦਾ ਮਤਲਬ ਇਹ ਨਹੀਂ ਕਿ ਰਿਜ਼ਰਵੇਸ਼ਨ ਹੋਰ ਚੀਜ਼ ਆ, ਜੋ ਆਪਣੇ ਕਿਸੇ ਵੀ ਪਬਲਿਕ ਜੋ ਆਪਣੀ ਨਿਕਲਦੀ ਆ, ਗੌਰਮੈਂਟ ਜੋਬ ਨਿਕਲਦੀ ਆ, ਉਹਦੇ ਵਿੱਚ ਰੁਜ਼ਗਾਰ ਦੇ ਵਿੱਚ ਰਾਖਵਾਂਕਰਨ ਹੁੰਦਾ ਨਾ, ਕਿ SC ਲਈ ਇੰਨੀਆਂ ਸੀਟ ਆ, ST ਲਈ ਇੰਨੀਆਂ ਸੀਟ ਆ, ਠੀਕ ਹੈ, BC ਕੈਟਾਗਰੀ ਲਈ ਇੰਨੀਆਂ ਨੇ, ਜਰਨਲ ਲਈ ਇੰਨੀਆਂ ਨੇ। ਸੋ ਉਹਦੇ ਲਈ ਉਹਦੇ ਉੱਪਰ ਇਹ ਲਾਗੂ ਨਹੀਂ ਹੁੰਦਾ, ਠੀਕ ਹੈ ਜੀ। ਇਹ ਵੀ ਤੁਸੀਂ ਯਾਦ ਕਰ ਲੈਣਾ ਵਾ, ਠੀਕ ਹੈ ਜੀ। ਸੋ ਉਹ ਇੱਕ ਅਲੱਗ ਮੁੱਦਾ ਵਾ। ਅਗਰ ਆਪਾਂ ਗੱਲ ਕਰੀਏ, ਨੈਕਸਟ ਆ ਗਿਆ ਜੀ ਸਾਡੇ ਕੋਲ ਆਰਟੀਕਲ 17। ਹੁਣ ਜੀ ਆਰਟੀਕਲ 17 ਸਾਨੂੰ ਕਹਿੰਦਾ ਜੀ ਛੂਤ ਛਾਤ ਜੋ ਹੈ ਉਹਦਾ ਖਾਤਮਾ ਕਰਦਾ। ਇਹ ਸਭ ਤੋਂ ਅਗਰ ਆਪਾਂ ਗੱਲ ਕਰੀਏ ਨਾ, ਕੋਈ ਵੀ ਪੇਪਰ ਚੱਕ ਕੇ ਦੇਖ ਲਓ ਤੁਸੀਂ, ਖਾਸ ਕਰ ਪੰਜਾਬ ਦਾ ਜਾਂ SSC ਚੱਕ ਲਓ, ਬੈਂਕਿੰਗ ਚੱਕ ਲਓ, ਕੋਈ ਵੀ ਪੇਪਰ ਚੱਕ ਲਓ, ਇਹ ਵਾਲਾ ਸਿੱਧਾ ਡਾਇਰੈਕਟ ਕੁਐਸਚਨ ਪਾਉਂਦੇ ਆ ਕਿ ਛੂਤ ਅਬੋਲਿਸ਼ਨ ਆਫ ਅਨਟੱਚੇਬਿਲਿਟੀ ਲਈ ਕਿਹੜਾ ਆਰਟੀਕਲ ਆ? ਆਰਟੀਕਲ 17 ਦਾ। ਇਹਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ ਵਾ, ਠੀਕ ਹੈ ਜੀ। ਸੋ ਇਹ ਅਗਰ ਆਪਾਂ ਗੱਲ ਕਰੀਏ ਨਾ, ਅਗਰ ਦੇਖਣ ਨੂੰ ਆਪਾਂ ਕਹਿੰਦੇ ਆ ਵੀ ਇਹ ਵਾਲਾ ਕੁਐਸਚਨ ਵਾਰ-ਵਾਰ ਕਿਉਂ ਆਉਂਦਾ, ਜਾਂ ਆਰਟੀਕਲ 15 ਵਾਲਾ ਕੁਐਸਚਨ ਵਾਰ-ਵਾਰ ਕਿਉਂ ਆਉਂਦਾ, ਐਕਚੁਅਲ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਕਿ ਸਾਨੂੰ ਯਾਦ ਹੈ ਸਾਰਾ ਕੁਝ, ਫਿਰ ਵੀ ਆਪਾਂ ਗਲਤ ਕਰਕੇ ਆਉਂਦੇ ਹਾਂ ਪੇਪਰ 'ਚ। ਕਿਉਂਕਿ ਅਗਰ ਆਪਾਂ ਗੱਲ ਕਰੀਏ ਨਾ, ਅਗਰ ਇਹ ਆਰਟੀਕਲ 20-21 ਆਰਟੀਕਲ ਹੋ ਜਾਂਦੇ ਨੇ ਆਪਾਂ ਨੂੰ ਯਾਦ ਕਰਕੇ ਕਿ ਕਿਹੜਾ ਆਰਟੀਕਲ ਕਿਹਦੇ ਲਈ ਆ। ਬਟ ਜੇ ਤੁਸੀਂ ਇਹਨੂੰ ਨਾ ਇੰਟਰਸਟ ਲੈ ਕੇ ਪੜ੍ਹੋ, ਮੰਨ ਲਓ ਕੋਈ ਵੀ ਤੁਸੀਂ ਤੁਰੇ ਜਾਂਦੇ ਹੋ, ਕਿਤੇ ਵੀ ਜਾ ਰਹੇ ਹੋ, ਤੁਸੀਂ ਦੇਖੋ ਕਿ ਹਾਂ ਮੇਰਾ ਫੰਡਾਮੈਂਟਲ ਰਾਈਟ ਆ, ਕਿਹੜੇ ਆਰਟੀਕਲ ਦੇ ਵਿੱਚ ਆ ਰਿਹਾ, ਤੁਹਾਨੂੰ ਇਹ ਕਦੇ ਜ਼ਿੰਦਗੀ 'ਚ ਨਹੀਂ ਭੁੱਲੇਗਾ। ਸੋ ਇਹਨੂੰ ਤੁਸੀਂ ਥੋੜ੍ਹਾ ਜਿਹਾ ਨਾ, ਜਿਵੇਂ ਇਹ ਤੁਹਾਡੀ ਇਕੱਲੇ ਪੇਪਰ ਲਈ ਨਹੀਂ, ਇਹ ਤੁਹਾਡੀ ਜਿਹੜੀ ਰੋਜ਼ਾਨਾ ਜ਼ਿੰਦਗੀ ਆ ਨਾ ਤੁਹਾਡੀ, ਉਹਦੇ ਲਈ ਵੀ ਬਹੁਤ ਜ਼ਿਆਦਾ ਮਹੱਤਵਪੂਰਨ ਆ। ਅਗਰ ਤੁਸੀਂ ਕਿਤੇ ਵੀ ਜਾਂਦੇ ਹੋ ਤਾਂ ਤੁਸੀਂ ਸੋਚੋ ਕਿ ਇਹ ਮੇਰਾ ਰਾਈਟ ਹੈਗਾ ਕਿ ਨਹੀਂ। ਜੇ ਤੁਹਾਨੂੰ ਲੱਗਦਾ ਵੀ ਹਾਂ ਮੇਰਾ ਇਹ ਫੰਡਾਮੈਂਟਲ ਰਾਈਟ ਆ, ਤੁਸੀਂ ਉਸੇ ਟਾਈਮ ਦੇ ਦਿਮਾਗ ਦੇ ਉੱਤੇ ਜ਼ੋਰ ਪਾਓ ਕਿ ਦੱਸੋ ਇਹ ਮੇਰਾ ਕਿਹੜੇ ਆਰਟੀਕਲ ਦੇ ਤਹਿਤ ਆ। ਸੋ ਇਹ ਤੁਸੀਂ 2 ਨੰਬਰ ਤੁਹਾਡੇ 1 ਤੋਂ 2, ਠੀਕ ਹੈ ਜੀ। ਅਗਰ ਘੱਟ GK ਆਉਂਦੀ ਆ ਤਾਂ 1 ਤਾਂ ਪੱਕਾ ਆਵੇਗਾ ਹੀ, ਨਹੀਂ ਤਾਂ 2 ਕੁਐਸਚਨ ਅਗਰ ਆਪਾਂ ਗੱਲ ਕਰੀਏ ਤਾਂ ਇਹ ਤੁਸੀਂ ਜ਼ਰੂਰ ਯਾਦ ਕਰਨਾ। ਇਹਨੂੰ ਯਾਦ ਕਰਨ ਦੀ ਟ੍ਰਿਕ ਮੈਂ ਤੁਹਾਨੂੰ ਇਹੀ ਦੱਸੀ ਆ, ਹੋਰ ਕੋਈ ਟ੍ਰਿਕ ਨਹੀਂ। ਇਹਨੂੰ ਤੁਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਪਲਾਈ ਕਰੋ, ਤੁਹਾਨੂੰ ਇਹ 20-21 ਆਰਟੀਕਲ ਜੋ ਇੰਪੋਰਟੈਂਟ ਆਰਟੀਕਲ ਇਹ ਫੰਡਾਮੈਂਟਲ ਰਾਈਟਸ ਦੇ ਨੇ ਆਪਣੇ ਆਪ ਯਾਦ ਹੋ ਜਾਣਗੇ, ਠੀਕ ਹੈ ਜੀ। ਸੋ ਛੂਤ ਨੂੰ ਖਤਮ ਕਰਦਾ ਵਾ ਇਹ, ਠੀਕ ਹੈ ਜੀ। ਇਹਦੇ ਵਿੱਚ ਕਿਸੇ ਵੀ ਰੂਪ ਵਿੱਚ ਇਸ ਦੀ ਪ੍ਰਥਾ ਦੀ ਮਨਾਹੀ ਆ। ਛੂਤ ਛਾਤ ਤੋਂ ਪੈਦਾ ਹੋਣ ਵਾਲੀ ਅਪੰਗਤਾ ਨੂੰ ਲਾਗੂ ਕਰਨਾ ਕਾਨੂੰਨ ਦੇ ਅਨੁਸਾਰ ਸਜ਼ਾਯੋਗ ਅਪਰਾਧ ਹੋਵੇਗਾ, ਠੀਕ ਹੈ ਜੀ। ਛੂਤ ਨਹੀਂ ਤੁਸੀਂ ਕਰ ਸਕਦੇ ਕਿਸੇ ਦੇ ਨਾਲ ਵੀ, ਠੀਕ ਹੈ। ਇਹਦੇ ਲਈ ਤੁਹਾਡਾ ਇੱਕ ਕਾਨੂੰਨ ਬਣੇ ਹੋਏ ਨੇ, ਤੁਹਾਨੂੰ ਸਜ਼ਾ ਹੋ ਸਕਦੀ ਆ, 3 ਮਹੀਨੇ ਤੱਕ ਦੀ ਕੈਦ ਹੋ ਸਕਦੀ ਆ ਅਗਰ ਤੁਸੀਂ ਕਿਸੇ ਦੇ ਨਾਲ ਵਿਤਕਰਾ ਕਰਦੇ ਹੋ, ਠੀਕ ਹੈ ਜੀ। ਸੋ ਇਹਦੇ ਲਈ ਫਾਈਨ ਵੀ ਹੁੰਦਾ ਵਾ, ਸ਼ਾਇਦ 500, 1000 ਜੋ ਵੀ ਹੋਏਗਾ, ਠੀਕ ਹੈ ਜੀ। ਸੋ ਇਹ ਕੈਦ ਵੀ ਹੋ ਸਕਦੀ ਹੈ, ਠੀਕ ਹੈ। ਇਹਦੇ ਲਈ ਵੀ ਕਾਨੂੰਨ ਬਣਿਆ ਹੋਇਆ, ਠੀਕ ਹੈ ਜੀ। ਅਗਰ ਆਪਾਂ ਗੱਲ ਕਰੀਏ, ਨੈਕਸਟ ਆ ਗਿਆ ਜੀ ਸਾਡੇ ਕੋਲੇ, ਹੁਣ ਦੇਖੋ ਜੀ ਆਰਟੀਕਲ 18। ਹੁਣ ਇਹਨੂੰ ਵੀ ਤੁਸੀਂ ਬਹੁਤ ਇੰਪੋਰਟੈਂਟ ਆਰਟੀਕਲ ਆ ਇਹ, ਇਹਨੂੰ ਵੀ ਤੁਸੀਂ ਚੰਗੀ ਤਰ੍ਹਾਂ ਯਾਦ ਕਰਾਂ। ਹੁਣ ਜੀ ਇਹ ਜੀ ਅਬੋਲਿਸ਼ ਕਰਦਾ ਵਾ, ਅਬੋਲਿਸ਼ਨ ਆਫ ਟਾਈਟਲਸ ਨੂੰ ਇਹ ਅਬੋਲਿਸ਼ ਕਰਦਾ, ਠੀਕ ਹੈ ਜੀ। ਕੀ ਹੁਣ ਹੁੰਦਾ ਇਹਦੇ ਵਿੱਚ, ਅਗਰ ਆਪਾਂ ਆਰਟੀਕਲ 18 ਦੇ ਵਿੱਚ ਕੀ ਆ ਜੀ, ਇਹਦੇ ਵਿੱਚ ਕਹਿੰਦੇ ਜੀ ਰਾਜ ਨੂੰ ਸੈਨਿਕ ਜਾਂ ਅਕੈਡਮਿਕ ਜਾਂ ਸੈਨਿਕ ਪ੍ਰਾਪਤੀਆਂ ਜਿਹੜੀਆਂ ਹੁੰਦੀਆਂ ਨੇ, ਠੀਕ ਹੈ ਜੀ, ਉਹ ਤੋਂ ਇਲਾਵਾ ਕੋਈ ਵੀ ਆਪਾਂ ਟਾਈਟਲ ਉਪਾਧੀ ਨਹੀਂ ਦੇ ਸਕਦੇ। ਹੁਣ ਦੇਖੋ, ਹੁਣ ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਤੇ ਇਹਦੇ ਵਿੱਚ ਉਹ ਕਹਿੰਦੇ ਆ ਵੀ ਮੰਨ ਲਓ ਕੋਈ ਵੀ ਆਦਮੀ ਵਾ, ਉਹ ਆਪਦੇ ਆਪ ਨੂੰ ਰਾਜਾ ਜਾਂ ਮਹਾਰਾਜਾ ਜਾਂ ਆਪਣੇ ਆਪ ਨੂੰ ਸੁਲਤਾਨ, ਜਿਸ ਤਰ੍ਹਾਂ ਅਗਰ ਆਪਾਂ ਗੱਲ ਕਰੀਏ ਪੁਰਾਣੇ ਜੋ ਸੀਗੇ ਆਪਣੇ ਮੁਗਲ ਸਲਤਨਤ ਦੇ ਵਿੱਚ ਸੀਗੇ, ਹੈ ਨਾ, ਜੋ ਬਾਅਦ ਵਿੱਚ ਆਪਾਂ ਪੜ੍ਹਦੇ ਹੀ ਹੁੰਦੇ ਸੀਗੇ, ਜੋ ਆਪਾਂ ਪੁਰਾਣੀ ਆਪਾਂ ਹਿਸਟਰੀ ਪੜ੍ਹੀ 1857 ਤੋਂ ਪਹਿਲਾਂ ਦੀ, ਜਾਂ ਜੋ ਮੁਗਲ ਸ਼ਾਸਕ ਸੀਗੇ ਜਾਂ ਦਿੱਲੀ ਸਲਤਨਤ ਦੇ ਸ਼ਾਸਕ, ਉਹ ਆਪਦੇ ਆਪ ਨੂੰ ਸੁਲਤਾਨ ਡਿਕਲੇਅਰ ਕਰ ਦਿੰਦੇ ਹੁੰਦੇ ਸੀਗੇ, ਠੀਕ ਆ। ਸੋ ਆਪਦੇ ਆਪ ਨੂੰ ਟਾਈਟਲ ਦੇ ਦਿੰਦੇ ਹੁੰਦੇ ਸੀ, ਰਾਜਕੁਮਾਰ, ਰਾਜਕੁਮਾਰੀ, ਇੱਦਾਂ ਦੇ ਟਾਈਟਲ ਦੇ ਦਿੰਦੇ ਹੁੰਦੇ ਸੀਗੇ। ਉਹ ਵਾਲੀਆਂ ਸਾਰੇ ਨੇ ਮਨਾਹੀ ਕਰਦੀ ਆ, ਠੀਕ ਆ। ਤੁਸੀਂ ਕੋਈ ਵੀ ਟਾਈਟਲ ਨਹੀਂ ਦੇ ਸਕਦੇ। ਹਾਂ, ਪਰ ਜੇ ਤੁਹਾਡਾ ਸੈਨਿਕ ਜਿਵੇਂ ਲੈਫਟੀਨੈਂਟ ਹੈ, ਕਰਨਲ ਹੈ, ਜੋ ਆਪਣਾ ਸੋਲਜਰ ਹੈ, ਅਗਰ ਆਪਾਂ ਗੱਲ ਕਰੀਏ ਮੇਜਰ ਹੈ, ਇਹਨਾਂ ਦੀਆਂ ਜਿਹੜੀਆਂ ਉਪਾਧੀਆਂ ਨੇ, ਇਹਨਾਂ ਨੂੰ ਤੁਸੀਂ ਇਹ ਆਪਦੇ ਨਾਮ ਦੇ ਨਾਲ ਇਹ ਟਾਈਟਲ ਯੂਜ਼ ਕਰ ਸਕਦੇ ਨੇ, ਠੀਕ ਹੈ ਜੀ। ਹੋਰ ਕੋਈ ਵੀ ਨਹੀਂ ਕਰ ਸਕਦੇ ਗੇ। ਸੋ ਅਗਰ ਆਪਾਂ ਗੱਲ ਕਰੀਏ ਅਕੈਡਮਿਕ ਹੋ ਗਿਆ, ਜਿਵੇਂ ਜਿਹੜੇ ਬੰਦੇ ਨੇ ਇੰਜੀਨੀਅਰਿੰਗ ਕੀਤੀ ਉਹ ਇੰਜੀਨੀਅਰਿੰਗ ਲਗਾ ਸਕਦਾ, ਇੰਜੀਨੀਅਰ ਲਾ ਸਕਦਾ ਵਾ ਆਪਣੇ ਅੱਗੇ।
ਸੋ ਜਿਹੜੇ ਬੰਦੇ ਨੇ ਡਾਕਟਰੀ ਕੀਤੀ ਆ ਉਹ ਡਾਕਟਰ ਲਗਾ ਸਕਦਾ ਵਾ। ਸੋ ਇਹ ਵਾਲੀਆਂ ਚੀਜ਼ਾਂ ਤੁਸੀਂ ਯਾਦ ਕਰ ਲੈਣੀਆਂ ਨੇ। ਆਹ ਦੇਖੋ ਜੀ, ਹੁਣ ਜੀ ਇਹ ਅਨੁਛੇਦ ਦੇ ਵਿੱਚ ਜਿਵੇਂ ਹੋ ਗਿਆ ਪਰਮਵੀਰ ਚੱਕਰ, ਮਹਾਵੀਰ ਚੱਕਰ, ਵੀਰ ਚੱਕਰ, ਅਸ਼ੋਕ ਚੱਕਰ ਦੇਣ ਤੋਂ ਨਹੀਂ ਰੋਕਦਾ। ਇਹਦਾ ਮਤਲਬ ਇਹ ਨਹੀਂ ਕਿ ਜੇ ਕਿ ਉਪਾਧੀਆਂ ਦੀ ਤੁਹਾਡੀ ਸਮਾਪਤੀ ਹੋ ਗਈ ਤਾਂ ਇਹਦਾ ਮਤਲਬ ਤੁਸੀਂ ਕੋਈ ਵੀ ਬੰਦਾ ਜਾ ਕੇ ਰਿਟ ਲਾ ਦੇਗਾ ਕਿ ਉਪਾਧੀਆਂ ਦੀ ਤਾਂ ਸਮਾਪਤੀ ਹੋਈ ਆ, ਤੁਸੀਂ ਪਰਮਵੀਰ ਚੱਕਰ ਕਿਵੇਂ ਦਿੱਤਾ ਕਿਸੇ ਨੂੰ, ਤੁਸੀਂ ਅਸ਼ੋਕ ਚੱਕਰ ਕਿਵੇਂ ਦਿੱਤਾ, ਭਾਰਤ ਰਤਨ ਕਿਵੇਂ ਦਿੱਤਾ, ਪਦਮ ਵਿਭੂਸ਼ਣ ਕਿਵੇਂ ਦਿੱਤਾ, ਪਦਮ ਭੂਸ਼ਣ ਕਿਵੇਂ ਦਿੱਤਾ। ਠੀਕ ਆ ਜੀ, 1954 ਦੇ ਵਿੱਚ ਇੱਕ ਜਦੋਂ ਉਸ ਟਾਈਮ ਦੇ ਉੱਤੇ ਦਿੰਦੀ ਹੈ ਨਾ, ਉਸ ਟਾਈਮ ਦੇ ਉੱਤੇ ਸਪੈਸ਼ਲ ਸੋਧ ਕੀਤੀ ਜਾਂਦੀ ਹੈ। ਕਾਨੂੰਨ ਦੇ ਵਿੱਚ ਇਹ ਲਿਖਿਆ ਹੁੰਦਾ ਵਾ ਕਿ ਇਹਦੇ ਵਿੱਚ ਇਹ ਆਰਟੀਕਲ 18 ਕੰਮ ਨਹੀਂ ਕਰੇਗਾ। ਠੀਕ ਆ ਜੀ, ਆਹ ਦੇਖੋ 1954 ਦੇ ਵਿੱਚ ਭਾਰਤ ਸਰਕਾਰ ਨੇ ਇਹਦੇ ਲਈ ਪ੍ਰਵਾਨਗੀ ਦਿੱਤੀ ਸੀ। ਠੀਕ ਹੈ ਜੀ, ਨੈਕਸਟ ਆਪਾਂ ਕਰਾਂਗੇ ਜੀ। ਹੁਣ ਆ ਗਿਆ ਜੀ ਸਾਡੇ ਕੋਲੇ ਅਨੁਛੇਦ ਆਰਟੀਕਲ, ਹੁਣ ਦੂਸਰੇ ਨੰਬਰ ਦੇ ਉੱਤੇ ਆ ਗਿਆ ਸਾਡਾ ਜਿਹੜਾ ਦੂਸਰਾ ਆ ਗਿਆ ਆਪਣਾ 19 ਤੋਂ 22 ਤੱਕ ਜੋ ਸੁਤੰਤਰਤਾ ਦਾ ਅਧਿਕਾਰ ਆ, ਰਾਈਟ ਟੂ ਫਰੀਡਮ। ਠੀਕ ਆ ਜੀ, ਹੁਣ ਇਹਨੂੰ ਆਪਾਂ ਕਰਾਂਗੇ ਜੀ ਫੰਡਾਮੈਂਟਲ ਰਾਈਟ। ਹੁਣ ਇਹਦੇ ਵਿੱਚ ਜੀ ਅਗਰ ਆਪਾਂ ਗੱਲ ਕਰੀਏ 19 ਨੰਬਰ ਆਰਟੀਕਲ ਕੀ ਕਹਿੰਦਾ ਜੀ, 19 ਨੰਬਰ ਆਰਟੀਕਲ ਸਾਨੂੰ ਕਹਿੰਦਾ ਜੀ ਤੁਹਾਨੂੰ ਬੋਲਣ ਦੀ ਆਜ਼ਾਦੀ ਆ, ਬੋਲਣ ਸਪੀਚ ਦੀ ਆਜ਼ਾਦੀ ਆ ਤੁਹਾਨੂੰ। 6 ਤੁਹਾਡੇ ਕੋਲੇ ਹੁਣ ਅਗਰ ਆਪਾਂ ਗੱਲ ਕਰੀਏ ਰਾਈਟ ਟੂ ਫਰੀਡਮ ਦੇ ਤਹਿਤ ਕਿਹੜੀ ਇਸ ਤਰ੍ਹਾਂ ਨਹੀਂ ਕਿ ਬੋਲਣ ਦੀ ਤੁਸੀਂ ਕਿਸੇ ਨੂੰ ਗਾਲਾਂ ਕੱਢਣ ਲੱਗ ਜਾਓ। ਇਹਦਾ ਮਤਲਬ ਇਹ ਨਹੀਂ ਗਾ ਵੀ ਜੇ ਬੋਲਣ ਤੁਸੀਂ ਕੁਛ ਵੀ ਬੋਲੀ ਜਾਓ, ਜੋ ਤੁਸੀਂ ਕਿਸੇ ਦਾ ਅਪਮਾਨ ਕਰੀ ਜਾਓ, ਕਿਸੇ ਨੂੰ ਵੀ ਜੋ ਗਾਲਾਂ ਕੱਢੀ ਜਾਓ, ਕਿਸੇ ਵੀ ਰਾਹ ਤੁਰੇ ਜਾਂਦੇ ਨੂੰ ਜੋ ਵੀ ਬੋਲੀ ਜਾਓ। ਠੀਕ ਹੈ, ਇਸ ਤਰ੍ਹਾਂ ਦੀ ਆਜ਼ਾਦੀ ਨਹੀਂ। ਠੀਕ ਹੈ ਜੀ, ਹੁਣ ਆਪਾਂ ਪੜ੍ਹਾਂਗੇ ਅੱਗੇ ਕਿਹੜੀ ਆਜ਼ਾਦੀ ਆ। ਹੁਣ ਇਹਦੇ ਵਿੱਚ ਉਹ ਕਹਿੰਦੇ ਭਾਸ਼ਾ ਅਤੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਦਿੱਤੀ ਆ, ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ। ਠੀਕ ਹੈ ਜੀ, ਹੁਣ ਜੀ ਸ਼ਾਂਤੀਪੂਰਵਕ ਤੁਸੀਂ ਸਭਾਵਾਂ ਗਠਿਤ ਕਰ ਸਕਦੇ ਹੋ, ਪੀਸਫੁਲ ਮੀਟਿੰਗ ਕਰ ਸਕਦੇ ਹੋ ਤੁਸੀਂ। ਠੀਕ ਹੈ, ਕਿਤੇ ਵੀ ਸੰਘ ਜਾਂ ਸੰਗਠਨ ਬਣਾਉਣ ਦੀ ਸੁਤੰਤਰਤਾ ਹੁੰਦੀ ਆ, ਤੁਸੀਂ ਕੋਈ ਵੀ ਆਪਦੀ ਯੂਨੀਅਨ ਜਾਂ ਆਰਗੇਨਾਈਜੇਸ਼ਨ ਬਣਾ ਸਕਦੇ ਹੋ। ਮੰਨ ਲਓ ਕਿਸੇ ਵੀ ਬੰਦੇ ਨੇ ਆਪਣੇ ਉਹ ਪਾਰਟੀ ਖੜੀ ਕਰਦਾ, ਮੰਨ ਲਓ ਕਿਸੇ ਨੇ ਚੋਣਾਂ ਦੇ ਵਿੱਚ ਲੜਨਾ ਹੈ। ਠੀਕ ਹੈ ਜੀ, ਉਸ ਟਾਈਮ ਦੇ ਉੱਤੇ ਉਹ ਆਪਦੀ ਪਾਰਟੀ ਬਣਾ ਸਕਦਾ। ਜਿਸ ਤਰ੍ਹਾਂ ਅਗਰ ਆਪਾਂ ਲਈਏ ਆਪਾਂ ਉਹ ਕਰੀਏ ਤਾਂ 2012 ਦੇ ਵਿੱਚ ਲਾ ਲਓ ਤੁਸੀਂ, ਆਮ ਆਦਮੀ ਪਾਰਟੀ ਹੈ। ਠੀਕ ਹੈ ਜੀ, ਕੇਜਰੀਵਾਲ ਜੀ ਨੇ ਆਮ ਆਦਮੀ ਪਾਰਟੀ ਬਣਾ ਲਈ ਸੀ। ਠੀਕ ਹੈ ਜੀ, ਹੁਣ ਆਪਾਂ ਦੇਖਿਆ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਹੋਏ ਸੀਗੇ, ਆਮ ਆਦਮੀ ਪਾਰਟੀ ਜਿੱਤ ਗਈ ਹੋਈ ਆ। ਸੋ ਅਗਰ ਆਪਾਂ ਅੱਗੇ ਆਪਾਂ ਪੜ੍ਹਾਂਗੇ ਜੀ, ਸੋ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਜਾਂ ਯੂਨੀਅਨ ਬਣਾ ਸਕਦਾ ਵਾ। ਹੁਣ ਜੀ ਘੁੰਮਣ ਦੀ ਸੁਤੰਤਰਤਾ, ਤੁਸੀਂ ਕਿਤੇ ਵੀ ਜਾ ਸਕਦੇ ਹੋ। ਘੁੰਮਣ ਦੀ ਸੁਤੰਤਰਤਾ, ਤੁਸੀਂ ਕਿਸੇ ਵੀ ਜਗ੍ਹਾ ਦੇ ਉੱਤੇ ਜਾ ਕੇ ਘੁੰਮ ਸਕਦੇ ਹੋ ਇੰਡੀਆ ਦੇ ਵਿੱਚ। ਅਤੇ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਇਹੋ ਜਿਹੀ ਜਗ੍ਹਾ 'ਤੇ ਵੀ ਜਾਓ ਜਿੱਥੇ ਕਿ ਰਿਸਟ੍ਰਿਕਟਡ ਏਰੀਆ ਵਾ। ਘੁੰਮਣ ਦਾ ਮਤਲਬ ਕਿ ਜਿੱਥੇ ਹਾਂ ਠੀਕ ਆ, ਪਬਲਿਕਲੀ ਤੁਸੀਂ ਕਿਤੇ ਵੀ ਘੁੰਮ ਸਕਦੇ ਹੋ, ਕਿਸੇ ਵੀ ਰਾਜ 'ਚ ਜਾ ਸਕਦੇ ਹੋ। ਬਟ ਇਸ ਤਰ੍ਹਾਂ ਨਹੀਂ ਕਿ ਤੁਸੀਂ ਕਿਸੇ ਮਿਲਟਰੀ ਦੇ ਬੇਸ ਕੈਂਪ ਦੇ ਉੱਤੇ ਚਲੇ ਜਾਓਗੇ, LOC ਦੇ ਉੱਤੇ ਜਾ ਕੇ ਤੁਸੀਂ ਕਹੋਗੇ ਮੈਨੂੰ ਤਾਂ ਘੁੰਮਣ ਦੀ ਆਜ਼ਾਦੀ ਆ, ਮੈਂ ਇੱਥੇ ਜਾਊਂਗਾ। ਠੀਕ ਆ, ਇਸ ਤਰ੍ਹਾਂ ਨਹੀਂ ਤੁਸੀਂ ਕਰ ਸਕਦੇ। ਠੀਕ ਹੈ ਜੀ, ਨੈਕਸਟ ਆ ਗਿਆ ਜੀ ਸਾਡੇ ਕੋਲ ਰਹਿਣ ਅਤੇ ਸਥਾਪਿਤ ਹੋਣ ਦੀ ਸੁਤੰਤਰਤਾ। ਹੁਣ ਜੀ ਫਰੀਡਮ ਟੂ ਲਿਵ ਐਂਡ ਬੀ ਐਸਟੈਬਲਿਸ਼। ਠੀਕ ਹੈ, ਤੁਸੀਂ ਕਿਸੇ ਵੀ ਭਾਰਤ ਦੇ ਕਿਸੇ ਵੀ ਜਗ੍ਹਾ ਦੇ ਉੱਤੇ ਰਹਿ ਸਕਦੇ ਹੋ ਅਤੇ ਤੁਸੀਂ ਆਪਣਾ ਰਹਿ ਕੇ ਤੁਸੀਂ ਆਪਣਾ ਕੋਈ ਵੀ ਸਥਾਪਿਤ ਪੱਕੇ ਤੌਰ 'ਤੇ ਵੀ ਰਹਿ ਸਕਦੇ ਹੋ ਤੁਸੀਂ। ਠੀਕ ਹੈ ਜੀ, ਸੋ ਅਗਰ ਆਪਾਂ ਗੱਲ ਕਰੀਏ ਨੈਕਸਟ ਆ ਗਿਆ ਜੀ ਪੇਸ਼ੇ, ਧੰਦੇ, ਕਿੱਤੇ ਅਤੇ ਵਪਾਰ ਕਰਨ ਦੀ ਸੁਤੰਤਰਤਾ। ਤੁਸੀਂ ਕੋਈ ਵੀ ਪੇਸ਼ਾ ਅਪਣਾ ਸਕਦੇ ਹੋ, ਕੋਈ ਵੀ ਤੁਸੀਂ ਵਪਾਰ ਕਰ ਸਕਦੇ ਹੋ, ਕੋਈ ਵੀ ਤੁਸੀਂ ਸ਼ੌਪ ਕਰ ਸਕਦੇ ਹੋ। ਠੀਕ ਹੈ ਜੀ, ਵਪਾਰ ਜਾਣੀ ਕਿ ਇੱਕ ਲਿਮਟਡ, ਜਾਣੀ ਕਿ ਇੱਕ ਕੌਨਸਟੀਟਿਊਸ਼ਨਲ ਜੋ ਆਪਣੀ ਹੁੰਦੀਆਂ ਨਾ, ਜੋ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਤੁਸੀਂ ਇਹ ਕਰ ਸਕਦੇ ਹੋ। ਇਸ ਤਰ੍ਹਾਂ ਨਹੀਂ ਕਿ ਵੈਸੇ ਹੀ ਤੁਸੀਂ ਕਰਦੇ ਹੋ। ਸੋ ਅਗਰ ਆਪਾਂ ਗੱਲ ਕਰੀਏ ਇਹਦੇ ਵਿੱਚ ਫਰੀਡਮ ਆਫ ਆਕੂਪੇਸ਼ਨ ਐਂਡ ਟਰੇਡ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਇਹਦਾ ਮਤਲਬ ਇਹ ਨਹੀਂ ਗਾ ਕਿ ਤੁਸੀਂ ਅੱਜ ਕਹੋ ਕਿ ਮੈਂ ਤਾਂ ਸ਼ਰਾਬ ਵੇਚੂੰਗਾ ਜੀ, ਇਹਦੇ ਉੱਤੇ ਮੈਨੂੰ ਲਿਖਿਆ ਹੋਇਆ ਆਰਟੀਕਲ 19 ਦੇ ਤਹਿਤ ਮੈਨੂੰ ਆਜ਼ਾਦੀ ਮਿਲੀ ਹੋਈ ਆ ਕਿ ਮੈਂ ਆਪਣਾ ਚਰਸ ਵੇਚੂੰਗਾ, ਮੈਂ ਅਫੀਮ ਵੇਚੂੰਗਾ, ਮੈਂ ਇਹ ਕਰੂੰਗਾ। ਇਸ ਤਰ੍ਹਾਂ ਦਾ ਤੁਸੀਂ ਕਿਡਨੈਪਿੰਗ ਕਰੂੰਗਾ, ਮੈਂ ਗੁੰਡਾ ਬਣੂੰਗਾ, ਇਸ ਤਰ੍ਹਾਂ ਨਹੀਂ ਕਰ ਸਕਦੇ। ਠੀਕ ਹੈ ਤੁਸੀਂ, ਸੋ ਇਹ ਇੱਕ ਉਹ ਵੀ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ। ਨੈਕਸਟ ਆ ਗਿਆ ਜੀ ਸਾਡਾ ਆਰਟੀਕਲ 20 ਆ ਗਿਆ ਸਾਡੇ ਕੋਲ। ਹੁਣ ਉਹ ਕਹਿੰਦਾ ਜੀ ਅਪਰਾਧਾਂ ਲਈ ਦੋਸ਼ੀ ਠਹਿਰਾਏ ਜਾਣ ਦੇ ਸੰਬੰਧ ਵਿੱਚ ਸੁਰੱਖਿਆ। ਠੀਕ ਹੈ ਜੀ, ਹੁਣ ਇਹ ਵੀ ਮੋਸਟ ਇੰਪੋਰਟੈਂਟ ਆਰਟੀਕਲ ਆ। ਉਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਕਿ ਜੋ ਕਿ ਅਪਰਾਧ ਜਦੋਂ ਤੱਕ ਸਿੱਧ ਨਹੀਂ ਹੁੰਦਾ ਨਾ, ਉਦੋਂ ਤੱਕ ਤੁਹਾਨੂੰ ਦੋਸ਼ੀ ਨਹੀਂ ਕਿਹਾ ਜਾਂਦਾ। ਠੀਕ ਹੈ ਜੀ, ਯੂ ਕੈਨ ਨਾਟ ਬੀ ਫਾਊਂਡ ਗਿਲਟੀ ਅੰਟਿਲ ਪ੍ਰੂਵਨ ਗਿਲਟੀ। ਠੀਕ ਹੈ ਜੀ, ਅਗਰ ਤੁਹਾਨੂੰ ਪੁਲਿਸ ਅਰੈਸਟ ਕਰਕੇ ਲੈ ਕੇ ਜਾ ਰਹੀ ਆ, ਸੋ ਤੁਹਾਨੂੰ ਉਹ ਦੋਸ਼ੀ ਨਹੀਂ ਕਹਿ ਸਕਦਾ। ਕੋਈ ਵੀ ਵਿਅਕਤੀ ਤੁਹਾਨੂੰ ਦੋਸ਼ੀ ਨਹੀਂ ਕਹੇਗਾ। ਠੀਕ ਹੈ, ਉਦੋਂ ਤੱਕ ਜਦੋਂ ਤੱਕ ਤੁਹਾਡਾ ਜੋ ਅਪਰਾਧ ਹੈ ਉਹ ਸਿੱਧ ਨਹੀਂ ਹੁੰਦਾ। ਠੀਕ ਹੈ ਜੀ, ਸੋ ਆਰਟੀਕਲ 21 ਸਾਡਾ ਕੀ ਕਹਿੰਦਾ ਜੀ। ਹੁਣ ਦੇਖੋ ਜੀ, ਇਹ ਜਦੋਂ ਵੀ ਐਮਰਜੈਂਸੀ ਲੱਗਦੀ ਆ ਨਾ, ਸੋ ਇਹ ਆਰਟੀਕਲ ਤੁਹਾਡਾ ਸਸਪੈਂਡ ਨਹੀਂ ਹੁੰਦਾ। ਠੀਕ ਹੈ, ਆਰਟੀਕਲ 21। ਠੀਕ ਹੈ ਜੀ, ਸੋ ਜੋ ਮੰਨ ਲਓ ਸਪੋਜ਼ ਕਰ ਲਓ ਕਿ ਕਿਉਂਕਿ ਜੀਣ ਦੀ ਆਜ਼ਾਦੀ ਥੋੜ੍ਹੀ ਨਾ, ਲਾਈਫ ਦੀ ਆਜ਼ਾਦੀ ਥੋੜ੍ਹੀ ਖੋਹ ਸਕਦੀ ਆ ਸਰਕਾਰ ਤੁਹਾਡੇ ਤੋਂ। ਅਗਰ ਜੰਗ ਵੀ ਲੱਗ ਗਈ ਜਾਂ ਮੰਨ ਲਓ ਪ੍ਰੈਜ਼ੀਡੈਂਟ ਰੂਲ ਵੀ ਲੱਗ ਗਿਆ, ਇਹ ਆਰਟੀਕਲ ਨਹੀਂ ਸਸਪੈਂਡ ਹੁੰਦਾ। ਠੀਕ ਹੈ ਜੀ, ਬਾਕੀ ਹੋ ਸਕਦੇ ਨੇ।
ਅਗਰ ਆਪਾਂ ਗੱਲ ਕਰੀਏ ਸਨਮਾਨ ਨਾਲ ਜਿਉਣ ਦਾ ਅਧਿਕਾਰ, ਹੁਣ ਦੇਖੋ ਜੀ, ਸਨਮਾਨ ਨਾਲ ਜਿਉਣ ਦਾ ਅਧਿਕਾਰ ਵਾ, ਤੁਸੀਂ ਸਨਮਾਨ ਨਾਲ ਜਿਉ ਸਕਦੇ ਹੋ। ਰੋਜੀ ਰੋਟੀ ਕਮਾਉਣ ਦਾ ਅਧਿਕਾਰ ਵਾ ਹਰੇਕ ਨੂੰ। ਗੁਪਤਤਾ ਦਾ ਅਧਿਕਾਰ ਆ। ਜਲਦੀ ਮੁਕੱਦਮਾ ਸੁਣਵਾਈ ਦਾ ਅਧਿਕਾਰ ਆ। ਹੱਥਕੜੀ ਦੇ ਵਿਰੁੱਧ ਅਧਿਕਾਰ ਆ ਹਰੇਕ ਵਿਅਕਤੀ ਨੂੰ। ਸ਼ਰਨ ਪ੍ਰਾਪਤੀ ਦਾ ਅਧਿਕਾਰ ਆ, ਠੀਕ ਆ ਜੀ। ਸੂਚਨਾ ਦਾ ਅਧਿਕਾਰ ਆ, ਰਾਈਟ ਟੂ ਇਨਫੋਰਮੇਸ਼ਨ ਦਾ ਅਧਿਕਾਰ ਆ, ਠੀਕ ਆ ਜੀ। ਅੱਗੇ ਆ ਗਿਆ ਆਪਣੇ ਕੋਲ ਸੌਣ ਦਾ ਅਧਿਕਾਰ ਆ ਹਰੇਕ ਬੰਦੇ ਨੂੰ। ਸੌਣ ਦਾ ਅਧਿਕਾਰ ਇੱਦਾਂ ਨਹੀਂ ਕਿ ਤੁਹਾਨੂੰ ਮੰਨ ਲਓ ਅੱਜ ਤੁਹਾਡੀ ਜੋਬ ਲੱਗੀ ਹੈ, ਠੀਕ ਆ, ਤੁਸੀਂ ਮੰਨ ਲਓ ਪਟਵਾਰੀ ਲੱਗੇ ਹੋਏ ਹੋ ਅਤੇ ਉੱਥੇ ਜਾ ਕੇ ਤੁਸੀਂ ਸੁੱਤੇ ਰਹੋ, ਠੀਕ ਆ। ਤੁਸੀਂ ਪੁਲਿਸ ਦੇ ਵਿੱਚ ਭਰਤੀ ਹੋ ਗਏ ਹੋ, ਡਿਊਟੀ ਤੁਹਾਡੀ ਲੱਗੀ ਹੋਈ ਆ, ਤੁਸੀਂ ਚੌਂਕ ਦੇ ਵਿੱਚ ਖੜ੍ਹੇ ਹੋ, ਠੀਕ ਆ ਜੀ, ਨਾਕਾ ਲੱਗਿਆ ਹੋਇਆ, ਅਤੇ ਉੱਥੇ ਸੁੱਤੇ ਪਾਓ ਕਿ ਹਾਂ ਵੀ ਮੈਨੂੰ ਤਾਂ ਆਰਟੀਕਲ 21 ਮੈਨੂੰ ਆਜ਼ਾਦੀ ਦਿੰਦਾ ਵਾ ਕਿ ਮੈਂ ਇੱਥੇ ਸੌਂ ਸਕਦਾ ਵਾਂ, ਠੀਕ ਆ। ਸਿਹਤ ਦਾ ਅਧਿਕਾਰ, ਰਾਈਟ ਟੂ ਹੈਲਥ ਆ, ਠੀਕ ਆ, ਵਧੀਆ ਸਿਹਤ ਦਾ ਅਧਿਕਾਰ ਆ ਤੁਹਾਨੂੰ। ਸਿੱਖਿਆ ਦਾ ਅਧਿਕਾਰ ਆ, ਰਾਈਟ ਟੂ ਐਜੂਕੇਸ਼ਨ, ਠੀਕ ਆ ਜੀ। ਅੱਗੇ ਆਪਾਂ ਵਿਦੇਸ਼ ਜਾਣ ਦਾ ਅਧਿਕਾਰ ਆ, ਰਾਈਟ ਟੂ ਗੋ ਅਬਰੋਡ, ਤੁਸੀਂ ਬਾਹਰ ਜਾ ਸਕਦੇ ਹੋ। ਬਾਹਰ ਜਾ ਕੇ ਇੱਦਾਂ ਨਹੀਂ ਕਿ ਅਗਰ ਤੁਹਾਡੇ ਕੋਲ ਪਾਸਪੋਰਟ ਆ ਤੁਹਾਨੂੰ ਉਹ ਕੰਟਰੀ ਵੀਜ਼ਾ ਦਿੰਦੀ ਆ ਫਿਰ ਤੁਸੀਂ ਜਾ ਸਕਦੇ ਹੋ, ਠੀਕ ਆ ਜੀ। ਸੋ ਇਨਲੀਗਲ ਵੇ ਦੇ ਨਾਲ ਨਹੀਂ ਜਾ ਸਕਦੇ। ਜਨਤਕ ਫਾਂਸੀ ਦੇ ਵਿਰੁੱਧ ਅਧਿਕਾਰ ਆ ਤੁਹਾਨੂੰ। ਕੋਈ ਵੀ ਵਿਅਕਤੀ ਹੈ ਜੋ ਕੋਈ ਵੀ ਮੁਜਰਮ ਹੈ ਉਹਨੂੰ ਪਬਲਿਕਲੀ ਫਾਂਸੀ ਨਹੀਂ ਦਿੱਤੀ ਜਾ ਸਕਦੀ। ਉਹਨੂੰ ਸਿਰਫ ਪ੍ਰਾਈਵੇਟ ਜੋ ਆਪਣੇ ਪੁਲਿਸ ਅਧਿਕਾਰੀ ਆ ਆਪਦੇ ਕੰਟਰੋਲ ਦੇ ਵਿੱਚ ਅੰਦਰ ਪ੍ਰਾਈਵੇਟਲੀ ਫਾਂਸੀ ਦੇ ਸਕਦੇ ਨੇ, ਠੀਕ ਆ ਜੀ, ਬਾਹਰ ਨਹੀਂ ਦੇ ਸਕਦੇ, ਠੀਕ ਆ ਜੀ। ਸੋ ਇਹ ਇਸ ਲਈ ਬਣਾਇਆ ਵਾ ਕਿਉਂਕਿ ਇਹਦੇ ਵਿੱਚ ਨਾ ਕੁਛ ਮੁਜਰਮਾਂ ਨੂੰ ਵੀ ਅਧਿਕਾਰ ਦਿੱਤੇ ਗਏ ਨੇ ਕਿ ਇਹਦਾ ਮਤਲਬ ਇਹ ਨਹੀਂ ਕਿ ਉਹਨੇ ਕੋਈ ਜੁਰਮ ਕੀਤਾ ਵਾ ਤਾਂ ਉਹਨੂੰ ਕੋਈ ਅਧਿਕਾਰ ਨਹੀਂ ਦਿੱਤਾ। ਜਿਸ ਤਰ੍ਹਾਂ ਮੰਨ ਲਓ ਕੋਈ ਵੀ ਵੱਡੀ ਘਟਨਾ ਵਾਪਰਦੀ ਆ ਅਤੇ ਪਬਲਿਕ ਕਹਿਣ ਲੱਗ ਜਾਂਦੀ ਆ ਕਿ ਸਾਡੇ ਹਵਾਲੇ ਕਰ ਦਿਓ ਅਸੀਂ ਦੇਖਾਂਗੇ, ਠੀਕ ਆ, ਗੁੱਸੇ ਦੇ ਵਿੱਚ ਆ ਕੇ। ਸੋ ਇਹ ਨਹੀਂ ਕਰ ਸਕਦੀ ਪੁਲਿਸ। ਜੋ ਪੁਲਿਸ ਹੈ ਉਹਨਾਂ ਨੂੰ ਵੀ ਅਧਿਕਾਰ ਦਿੱਤੇ ਗਏ ਨੇ ਕਿ ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੁਲਿਸ ਦੀ ਆ, ਠੀਕ ਆ ਜੀ। ਨੈਕਸਟ ਆ ਗਿਆ ਸਮਾਜਿਕ ਨਿਆਂ ਅਤੇ ਆਰਥਿਕ ਸ਼ਕਤੀਕਰਨ ਦਾ ਅਧਿਕਾਰ, ਠੀਕ ਆ ਜੀ। ਸੋ ਇਹ ਵੀ ਤੁਹਾਡਾ ਅਧਿਕਾਰ ਆ, ਸਮਾਜ ਦੇ ਜੋ ਨਿਆਂ ਹੋ ਗਏ, ਆਰਥਿਕ ਸ਼ਕਤੀਕਰਨ ਦਾ ਅਧਿਕਾਰ, ਠੀਕ ਆ ਜੀ। ਨੈਕਸਟ ਆ ਗਿਆ ਜੀ ਸਾਡੇ ਕੋਲ ਆਰਟੀਕਲ ਨੰਬਰ 22 ਕਹਿੰਦਾ ਵਾ ਜੀ ਸਾਨੂੰ ਹਿਰਾਸਤ ਦੇ ਵਿਰੁੱਧ ਸੁਰੱਖਿਆ ਦਾ ਅਧਿਕਾਰ। ਕੋਈ ਵੀ ਵਿਅਕਤੀ ਹੈ ਉਹਨੂੰ ਅਰੈਸਟ ਕੀਤਾ ਜਾਂਦਾ ਵਾ ਤਾਂ ਉਹਦੇ ਕੀ ਅਧਿਕਾਰ ਨੇ ਉਹਦੇ ਕੋਲ। ਦੇਖੋ ਜੀ, ਇਸ ਅਨੁਛੇਦ ਦੇ ਅੰਦਰ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਉਹਨੂੰ ਸੂਚਿਤ ਕੀਤਾ ਜਾਣਾ ਜ਼ਰੂਰੀ ਹੁੰਦਾ। ਜਾਣੀ ਕਿ ਜੋ ਵੀ ਵਿਅਕਤੀ ਨੂੰ ਜਦੋਂ ਕੋਈ ਵੀ ਪੁਲਿਸ ਅਰੈਸਟ ਕਰਨ ਆਉਂਦੀ ਆ ਤਾਂ ਪੁਲਿਸ ਨੂੰ ਉਹਨੂੰ ਦੱਸਣਾ ਪੈਣਾ ਵੀ ਅਸੀਂ ਤੈਨੂੰ ਕਿਹੜੇ ਜੁਰਮ ਦੇ ਤਹਿਤ ਗ੍ਰਿਫਤਾਰ ਕਰ ਰਹੇ ਹਾਂ। ਇਹਦਾ ਮਤਲਬ ਇਹ ਨਹੀਂ ਕਿ ਪੁਲਿਸ ਆਊਗੀ ਤੁਹਾਨੂੰ ਚੱਕ ਕੇ ਲੈ ਜੂਗੀ। ਅਗਰ ਤੁਹਾਨੂੰ ਨਹੀਂ ਦੱਸਦੀ ਇਹ ਤੁਹਾਡਾ ਫੰਡਾਮੈਂਟਲ ਰਾਈਟ ਆ, ਤੁਸੀਂ ਉਲਟਾ ਕੋਰਟ ਦਾ ਦਰਵਾਜ਼ਾ ਖੜਕਾ ਸਕਦੇ ਹੋ ਕਿ ਸਾਨੂੰ ਬਿਨਾਂ ਦੱਸੇ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਅਗਰ ਆਪਾਂ ਗੱਲ ਕਰੀਏ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ਹੁੰਦਾ ਕਿਉਂਕਿ ਇਹਦੇ ਲਈ ਵੀ ਬਹੁਤ ਕੁਝ ਦੇਖਣਾ ਪੈਂਦਾ, ਠੀਕ ਹੈ ਜੀ। ਆਪਾਂ ਦੇਖਿਆ ਹੀ ਹੈ ਕਿ ਪੁਲਿਸ ਆਉਂਦੀ ਆ ਅਤੇ ਚੱਕ ਕੇ ਲੈ ਜਾਂਦੀ ਹੈ, ਠੀਕ ਹੈ ਜੀ। ਸੋ ਨੈਕਸਟ ਆਪਾਂ ਗੱਲ ਕਰੀਏ ਗ੍ਰਿਫਤਾਰੀ ਕਰਨ ਜਾਂ ਕਾਰਨ ਜਾਂ ਆਧਾਰ ਦੱਸਿਆ ਜਾਵੇ, ਠੀਕ ਹੈ ਜੀ। ਗਰਾਊਂਡ ਆਫ ਦੀ ਅਰੈਸਟ, ਉਹਦਾ ਆਧਾਰ ਦੱਸੋ ਜੀ, ਠੀਕ ਹੈ। ਜੋ ਮੈਂ ਤੁਹਾਨੂੰ ਪਹਿਲਾਂ ਦੱਸਤਾ ਉਸਨੂੰ ਉਸਦੀ ਮਰਜ਼ੀ ਦੇ ਕਾਨੂੰਨੀ ਵਕੀਲ ਦੀ, ਠੀਕ ਹੈ ਜੀ, ਵਕੀਲ ਕਰਨ ਦੀ ਇਜਾਜ਼ਤ ਆ ਉਹਨੂੰ, ਠੀਕ ਹੈ। ਉਸ ਟਾਈਮ ਦੇ ਉੱਤੇ ਵਕੀਲ ਨੂੰ ਮਿਲਣ ਦੀ ਇਜਾਜ਼ਤ ਆ। ਉਹਨੂੰ 24 ਘੰਟਿਆਂ ਦੇ ਵਿੱਚ ਮੈਜਿਸਟ੍ਰੇਟ ਕੋਰਟ ਦੇ ਵਿੱਚ ਪੇਸ਼ ਕਰਨਾ ਜ਼ਰੂਰੀ ਹੁੰਦਾ। ਪਰ ਗ੍ਰਿਫਤਾਰ ਕਰਨ ਦੀ ਥਾਂ ਅਤੇ ਮੈਜਿਸਟ੍ਰੇਟ ਦੀ ਅਦਾਲਤ ਤੱਕ ਪਹੁੰਚਣ ਦੇ ਸਮੇਂ ਨੂੰ ਇਹਨਾਂ 24 ਘੰਟਿਆਂ 'ਚੋਂ ਬਾਹਰ ਨਹੀਂ ਗਿਣਿਆ ਜਾਂਦਾ। ਗ੍ਰਿਫਤਾਰ ਕੀਤੇ ਵਿਅਕਤੀ ਨੂੰ ਮੈਜਿਸਟ੍ਰੇਟ ਦੇ ਹੁਕਮਾਂ ਤੋਂ ਬਿਨਾਂ 24 ਘੰਟਿਆਂ ਤੋਂ ਵੱਧ ਹਿਰਾਸਤ 'ਚ ਨਹੀਂ ਰੱਖਿਆ ਜਾਂਦਾ, ਠੀਕ ਹੈ। ਸੋ 24 ਘੰਟੇ ਦੇ ਅੰਦਰ ਅੰਦਰ ਉਹਨਾਂ ਨੂੰ ਨੇੜਲੇ ਮੈਜਿਸਟ੍ਰੇਟ ਕੋਰਟ ਦੇ ਵਿੱਚ ਰਿਮਾਂਡ ਲਈ ਭੇਜਣਾ ਪੈਂਦਾ ਵਾ, ਠੀਕ ਹੈ। ਰਿਮਾਂਡ ਜਾਣਾ ਪੈਂਦਾ ਵਾ, ਫਿਰ ਉਹ ਰਿਮਾਂਡ ਦੇ ਉੱਤੇ ਕੋਰਟ ਆਰਡਰ ਦਿੰਦੀ ਹੈ ਕਿ ਇਹਨੂੰ ਰਿਮਾਂਡ ਦੇ ਉੱਤੇ ਲਓ, ਠੀਕ ਹੈ ਜੀ। ਨੈਕਸਟ ਆ ਗਿਆ ਜੀ ਸਾਡਾ ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਠੀਕ ਹੈ ਜੀ। ਕੋਈ ਵੀ ਵਿਅਕਤੀ ਕਿਸੇ ਦਾ ਵੀ ਸ਼ੋਸ਼ਣ ਨਹੀਂ ਕਰ ਸਕਦਾ। ਇਹ ਆਰਟੀਕਲ 23-24 ਦੇ ਵਿੱਚ ਇਹਦੇ ਵਿੱਚ ਸਾਰਾ ਡਿਟੇਲ ਦੇ ਵਿੱਚ ਦਿੱਤਾ ਹੋਇਆ। ਦੇਖੋ ਜੀ, ਹੁਣ ਜੇ ਮਨੁੱਖਾਂ ਦੀ ਖਰੀਦ ਵੇਚ ਦੀ ਅਤੇ ਜਬਰੀ ਮਜ਼ਦੂਰੀ ਨਹੀਂ ਕਰਵਾ ਸਕਦਾ ਗਾ, ਠੀਕ ਆ। ਜੋ ਅਗਰ ਆਪਾਂ ਗੱਲ ਕਰੀਏ ਕਿ ਕੋਈ ਵੀ ਵਿਅਕਤੀ ਆ ਕਿਸੇ ਵੀ ਵਿਅਕਤੀ ਨੂੰ, ਕੋਈ ਲੇਡੀਜ਼ ਨੂੰ, ਕਿਸੇ ਵੀ ਬੱਚੇ ਨੂੰ ਵੇਚ ਨਹੀਂ ਸਕਦਾ, ਖਰੀਦ ਨਹੀਂ ਸਕਦਾ। ਕੋਈ ਵੀ ਵਿਅਕਤੀ ਕਿਸੇ ਵੀ ਮੰਨ ਲਓ ਕੰਮ ਕਰਨ ਦੇ ਉੱਤੇ ਜਬਰੀ ਮਜ਼ਦੂਰੀ ਨਹੀਂ ਕਰਵਾ ਸਕਦਾ, ਠੀਕ ਹੈ। ਅਗਰ ਉਹ ਕਰਨਾ ਚਾਹੁੰਦਾ ਉਹ ਗੱਲ ਹੋਰ ਆ। ਅਗਰ ਕੋਈ ਵੀ ਧੱਕੇ ਨਾਲ ਨਹੀਂ ਕਹਿ ਸਕਦਾ ਕਿ ਤੈਨੂੰ ਮੇਰੇ ਕੋਲ ਇੱਥੇ ਮਜ਼ਦੂਰੀ ਕਰਨੀ ਪਏਗੀ, ਠੀਕ ਹੈ। ਤੂੰ ਮੈਨੂੰ ਇੰਨੇ ਪੈਸੇ ਦੇਣੇ ਆ, ਤੈਨੂੰ ਮੇਰੇ ਕੋਲ ਇੱਥੇ ਮਜ਼ਦੂਰੀ ਕਰਨੀ ਪਊਗੀ, ਠੀਕ ਹੈ ਜੀ। ਅਨੁਛੇਦ 24 ਕੀ ਕਹਿੰਦਾ ਜੀ, ਆਰਟੀਕਲ 24 ਕਹਿੰਦਾ ਜੀ ਬੱਚਿਆਂ ਨੂੰ ਕਾਰਜ 'ਤੇ ਲਾਉਣ ਦੀ ਮਨਾਹੀ, ਠੀਕ ਹੈ ਜੀ। ਬੱਚਿਆਂ ਨੂੰ ਤੋਂ ਕੰਮ ਨਹੀਂ ਕਰਵਾਏ ਜਾ ਸਕਦੇ। ਕਿਹੜਿਆਂ ਦੇ? ਆਰਟੀਕਲ 24 ਕਹਿੰਦਾ 14 ਸਾਲ ਤੋਂ ਜਿਹੜੇ ਥੱਲੇ ਦੇ ਬੱਚੇ ਨੇ ਉਹਨਾਂ ਨੂੰ ਕਿਸੇ ਵੀ ਖਾਣਾ ਜਿਵੇਂ ਜੋਖਮ ਭਰੇ ਕਾਰਜ ਦੇ ਉੱਪਰ ਨਹੀਂ ਲਗਾਇਆ ਜਾ ਸਕਦਾ। ਇਹ ਵਿਵਸਥਾ ਬੱਚਿਆਂ ਦੇ ਸ਼ੋਸ਼ਣ ਤੋਂ ਉਹਨਾਂ ਦੀ ਰੱਖਿਆ ਕਰਦੀ ਆ। 2006 'ਚ ਨਾ ਸਰਕਾਰ ਨੇ ਇੱਕ ਐਕਟ ਲੈ ਕੇ ਆਏ ਸੀ। ਉਸ ਦੇ ਤਹਿਤ ਉਹਨਾਂ ਨੇ ਕਿਹਾ ਸੀ ਕਿ ਖਾਣ ਪੀਣ ਦੇ ਢਾਬਿਆਂ 'ਤੇ ਵੀ ਬੱਚਿਆਂ ਦੇ ਕੰਮ ਕਰਨ ਦੀ ਪੂਰੀ ਤਰ੍ਹਾਂ ਰੋਕ ਲਾਤੀ ਸੀ 14 ਸਾਲ ਤੋਂ ਥੱਲੇ, ਠੀਕ ਹੈ ਜੀ।
ਇਸ ਤਰ੍ਹਾਂ ਮਤਲਬ ਇਹ ਆ ਕਿ ਇਸ ਤਰ੍ਹਾਂ ਨਹੀਂ ਕਿ 14 ਸਾਲ ਤੋਂ ਅਗਰ ਛੋਟਾ ਬੱਚਾ ਵਾ ਉਸ ਨੂੰ ਤਾਂ ਸਮਝ ਨਹੀਂ ਹੁੰਦੀ ਕਿ ਜੇ ਉਹ ਕਵੇ ਵੀ ਕਿ ਮੈਂ ਕੰਮ ਕਰਨਾ ਵਾ ਫਿਰ ਵੀ ਤੁਸੀਂ ਕੰਮ ਦੇ ਉੱਤੇ ਨਹੀਂ ਰੱਖ ਸਕਦੇ ਉਹਨੂੰ, ਠੀਕ ਆ ਜੀ। ਸੋ ਕਿਉਂਕਿ ਉਹ ਬੱਚਾ ਫਿਰ ਵੀ ਤੁਹਾਡੇ ਉੱਤੇ ਕਾਰਵਾਈ ਹੋਵੇਗੀ। ਨੈਕਸਟ ਕਰਦੇ ਹਾਂ ਹੁਣ ਜੀ ਆਰਟੀਕਲ 25 ਤੋਂ 28 ਸਾਨੂੰ ਕੀ ਕਹਿੰਦਾ। ਆਰਟੀਕਲ 25 ਤੋਂ 28 ਸਾਨੂੰ ਕਹਿੰਦਾ ਵਾ ਜੀ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਆ। ਕੋਈ ਵੀ ਵਿਅਕਤੀ ਨੂੰ ਮਤਲਬ ਧਾਰਮਿਕ ਇੱਕ ਦਾਇਰੇ ਦੇ ਵਿੱਚ ਰਹਿ ਕੇ ਕੋਈ ਵੀ ਧਰਮ ਨੂੰ ਅਪਣਾ ਸਕਦਾ, ਠੀਕ ਹੈ ਜੀ, ਕਿਸੇ ਵੀ ਧਰਮ ਨੂੰ ਮੰਨ ਸਕਦਾ। ਦੇਖੋ ਜੀ ਹੁਣ ਜੀ ਜ਼ਮੀਰ ਦੀ ਸੁਤੰਤਰਤਾ। ਨੈਕਸਟ ਆ ਗਿਆ 25 ਨੰਬਰ ਆਰਟੀਕਲ, ਇਹਨੂੰ ਆਪਾਂ ਚੰਗੀ ਤਰ੍ਹਾਂ ਕਰਾਂਗੇ। ਹੁਣ 25 ਨੰਬਰ ਆਰਟੀਕਲ ਕੀ ਕਹਿੰਦਾ, ਜ਼ਮੀਰ ਦੀ ਸੁਤੰਤਰਤਾ, ਸੁਤੰਤਰ ਧਰਮ ਵਿਸ਼ਵਾਸ ਅਤੇ ਪ੍ਰਚਾਰ ਦੀ, ਠੀਕ ਆ। ਸੋ ਫ੍ਰੀ ਪ੍ਰੋਫੈਸ਼ਨ ਆ, ਤੁਸੀਂ ਕੋਈ ਵੀ ਧਰਮ ਦਾ ਪ੍ਰਚਾਰ ਕਰ ਸਕਦੇ ਹੋ, ਪ੍ਰੈਕਟਿਸ ਕਰ ਸਕਦੇ ਹੋ। ਇਹ ਅਨੁਛੇਦ ਕਹਿੰਦਾ ਜੀ ਸਾਨੂੰ ਕਿ ਵਿਅਕਤੀਆਂ ਨੂੰ ਜ਼ਮੀਰ ਦੀ ਸੁਤੰਤਰਤਾ ਅਪਣਾਉਣ, ਅਭਿਆਸ ਅਤੇ ਕਿਸੇ ਵੀ ਤਰ੍ਹਾਂ ਦਾ ਧਰਮ ਪ੍ਰਚਾਰ ਕਰਨ ਦੀ ਗਰੰਟੀ ਦਿੰਦਾ। ਭਾਰਤ ਵਿੱਚ ਜਬਰੀ ਧਰਮ ਪਰਿਵਰਤਨ ਦੀ ਮਨਾਹੀ ਕੀਤੀ ਗਈ ਹੈ। ਭਾਰਤ ਵਿੱਚ ਰਾਜ ਦਾ ਆਪਣਾ ਕੋਈ ਧਰਮ ਨਹੀਂ ਗਾ, ਰਾਜ ਦਾ ਕੋਈ ਵੀ ਧਰਮ ਨਹੀਂ ਆਉਂਦੇ। ਸਾਰੇ ਧਰਮ ਜੋ ਰਾਜ ਲਈ ਬਰਾਬਰ ਨੇ। ਇਸ ਤਰ੍ਹਾਂ ਨਹੀਂ ਕਿ ਕੋਈ ਧਰਮ ਕੋਈ ਹੋਰ ਧਰਮ ਵਾਲਾ ਤਾਂ ਉਹਦੇ ਵਿਰੁੱਧ ਸਟੇਟ ਕੋਈ ਗਲਤ ਕਦਮ ਉਠਾਏਗੀ, ਠੀਕ ਹੈ ਜੀ, ਜਾਂ ਸ਼ੋਸ਼ਣ ਕਰੇਗੀ ਜਾਂ ਉਹਨੂੰ ਅਧਿਕਾਰ ਨਹੀਂ ਦੇਗੀ। ਸੋ ਲੋਕ ਕਿਸੇ ਵੀ ਧਰਮ ਨੂੰ ਅਪਣਾਉਣ ਜਾਂ ਦੂਰ ਜਾਂ ਆਪਣੇ ਨਾਲ ਰਹਿਣ ਲਈ ਵਿੱਚ ਸੁਤੰਤਰ ਹਨ। ਨੈਕਸਟ ਆ ਗਿਆ ਆਪਣਾ ਹੁਣ ਜੀ ਆਰਟੀਕਲ 26 ਕੀ ਕਹਿੰਦਾ। ਆਰਟੀਕਲ 26 ਸਾਨੂੰ ਕਹਿੰਦਾ ਜੀ ਧਾਰਮਿਕ ਮਾਮਲਿਆਂ ਦੇ ਪ੍ਰਬੰਧ ਦੀ ਸੁਤੰਤਰਤਾ। ਤੁਹਾਨੂੰ ਫਰੀडम ਮੈਨੇਜਮੈਂਟ ਐਂਡ ਰਿਲੀਜੀਅਸ ਅਫੇਅਰ ਦੀ ਸੁਤੰਤਰਤਾ ਵਾ, ਠੀਕ ਹੈ ਜੀ। ਹੁਣ ਇੱਕ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਆਇਆ ਵੀ ਸੀ, ਸ਼ਾਇਦ 26 ਨੰਬਰ ਆਰਟੀਕਲ ਦਾ ਆਇਆ ਸੀ, ਪਤਾ ਨਹੀਂ 25 ਨੰਬਰ ਆਰਟੀਕਲ ਦਾ ਆਇਆ ਸੀ। 2021 ਦੇ ਵਿੱਚ ਹੀ ਰਿਪੀਟ ਹੋਇਆ ਇਹ ਕੁਐਸਚਨ, ਠੀਕ ਹੈ ਜੀ। ਹੁਣ ਜੀ 27 ਨੰਬਰ ਆਰਟੀਕਲ ਕੀ ਕਹਿੰਦਾ। 27 ਨੰਬਰ ਕਹਿੰਦਾ ਜੀ ਕਿਸੇ ਧਰਮ ਦੀ ਉੱਨਤੀ ਲਈ ਕਰ ਨਹੀਂ ਲਗਾਏ ਜਾਣ ਦੀ ਵਿਵਸਥਾ, ਠੀਕ ਹੈ ਜੀ। ਅਗਰ ਸਪੋਜ਼ ਕਰ ਦਿਓ ਜੋ ਟੈਕਸ ਆਪਾਂ ਦਿੰਦੇ ਹਾਂ ਨਾ, ਮੰਨ ਲਓ 100 ਰੁਪਇਆ ਵਾ, ਠੀਕ ਹੈ ਜੀ, ਮੰਨ ਲਓ 100 ਰੁਪਏ ਦੇ ਉੱਤੇ 10% ਟੈਕਸ ਲੱਗਿਆ ਅਤੇ 10% ਟੈਕਸ ਲੱਗਿਆ ਤਾਂ ਉਸ ਬੰਦੇ ਨੂੰ 10 ਰੁਪਏ ਟੈਕਸ ਦੇਣਾ ਪੈਣਾ ਵਾ, ਠੀਕ ਹੈ ਜੀ। ਅਗਰ ਮੰਨ ਲਓ ਉਹ 100 ਦੇ ਵਿੱਚੋਂ ਜੋ ਉਹਨੇ 100 ਦੀ ਮੰਨ ਲਓ ਸੇਲ ਕੀਤੀ, 100 ਦੇ ਵਿੱਚੋਂ ਉਹ 60 ਰੁਪਏ ਮੰਨ ਲਓ 60 ਰੁਪਏ ਉਹ ਕਹਿੰਦਾ ਜੀ 40 ਰੁਪਏ ਉਹ ਦਾਨ ਦੇ ਵਿੱਚ ਦੇ ਦਿੰਦਾ। ਉਹ ਕਹਿੰਦਾ ਵੀ ਮੈਂ ਚੈਰਿਟੀ ਦੇ ਦੂੰਗਾ, ਕਿਸੇ ਵੀ ਸੰਸਥਾ ਨੂੰ, ਕਿਸੇ ਵੀ ਟਰਸਟ ਨੂੰ 40 ਰੁਪਏ ਦੇ ਦੂੰਗਾ। ਤਾਂ ਜਿਹੜਾ ਟੈਕਸ ਲੱਗੇਗਾ ਨਾ ਉਹ 60 ਰੁਪਏ ਦੇ ਲੱਗੇਗਾ। 60 ਰੁਪਏ ਦੇ ਉੱਤੇ 10% ਟੈਕਸ ਲੱਗੇਗਾ, 6 ਰੁਪਏ ਟੈਕਸ ਲੱਗੂਗਾ, ਠੀਕ ਹੈ ਜੀ ਉਹਨੂੰ। ਸੋ ਇਹ ਵੀ ਤੁਹਾਡਾ ਇਹਦੇ ਵਿੱਚ ਆ ਜਾਂਦਾ ਵਾ, ਠੀਕ ਹੈ। ਅਗਰ ਆਪਾਂ ਨੂੰ ਆਵੇ ਤਾਂ 27 ਨੰਬਰ ਆਰਟੀਕਲ ਆ। 28 ਨੰਬਰ ਆਰਟੀਕਲ ਕੀ ਕਹਿੰਦਾ ਜੀ। 28 ਨੰਬਰ ਆਰਟੀਕਲ ਕਹਿੰਦਾ ਜੀ ਧਾਰਮਿਕ ਸਮਾਗਮਾਂ ਵਿੱਚ ਹਾਜ਼ਰ ਹੋਣ ਦੀ ਸੁਤੰਤਰਤਾ। ਤੁਸੀਂ ਕਿਸੇ ਵੀ ਧਾਰਮਿਕ ਫੰਕਸ਼ਨ ਦੇ ਵਿੱਚ ਹਾਜ਼ਰ ਹੋ ਸਕਦੇ ਹੋ। ਨੈਕਸਟ ਆ ਗਿਆ ਜੀ ਸਾਡੇ ਕੋਲ 29 ਦੀ ਹੁਣ ਆਰਟੀਕਲ ਸਾਨੂੰ ਕੀ ਕਹਿੰਦਾ। ਇਹ ਕਹਿੰਦਾ ਜੀ ਸੱਭਿਆਚਾਰ ਅਤੇ ਸਿੱਖਿਆ ਦਾ ਅਧਿਕਾਰ ਦਿੰਦਾ ਵਾ, ਠੀਕ ਹੈ ਜੀ। ਐਜੂਕੇਸ਼ਨਲ ਦੇ ਤਹਿਤ ਇਹ ਅਧਿਕਾਰ ਦਿੰਦਾ ਵਾ 29। ਹੁਣ ਜੀ 29 ਨੰਬਰ ਆਰਟੀਕਲ ਕੀ ਕਹਿੰਦਾ। 29 ਨੰਬਰ ਆਰਟੀਕਲ ਕਹਿੰਦਾ ਜੀ ਮਾਈਨੋਰਟੀਜ਼, ਜਿਹੜੇ ਮਾਈਨੋਰਟੀਜ਼ ਹੁੰਦੇ ਨੇ ਨਾ, ਮਾਈਨੋਰਟੀਜ਼ ਹੁੰਦੇ ਨੇ, ਉਹ ਕਹਿੰਦੇ ਨੇ ਜੀ ਰਾਈਟ ਟੂ ਮੇਨਟੇਨ ਲੈਂਗੁਏਜ, ਸਕ੍ਰਿਪਟ ਐਂਡ ਕਲਚਰ ਔਰ ਪ੍ਰੋਟੈਕਸ਼ਨ ਆਫ ਇੰਟਰਸਟ। ਭਾਸ਼ਾ, ਲਿਪੀ ਅਤੇ ਸੱਭਿਆਚਾਰ ਦੇ ਅਧਿਕਾਰ ਨੂੰ ਬਣਾਏ ਰੱਖਣਾ ਵਾ ਮਾਈਨੋਰਟੀ ਲਈ, ਠੀਕ ਹੈ ਜੀ। ਸੋ ਨੈਕਸਟ ਆ ਗਿਆ ਜੀ ਸਾਡੇ ਕੋਲ ਵਿੱਦਿਅਕ ਸੰਸਥਾਵਾਂ ਨੂੰ ਸਥਾਪਿਤ ਕਰਨਾ। ਵਿੱਦਿਅਕ ਜੋ ਰਾਈਟ ਟੂ ਐਸਟੈਬਲਿਸ਼ ਐਂਡ ਐਡਮਿਨਿਸਟ੍ਰੇਸ਼ਨ ਐਜੂਕੇਸ਼ਨਲ ਇੰਸਟੀਟਿਊਸ਼ਨਸ ਤੁਸੀਂ ਕਰ ਸਕਦੇ ਹੋ, ਠੀਕ ਹੈ ਜੀ, ਐਸਟੈਬਲਿਸ਼ ਕੀਤੇ ਜਾ ਸਕਦੇ ਨੇ, ਠੀਕ ਹੈ ਜੀ। ਇਹ ਵੀ ਮੋਸਟ ਇੰਪੋਰਟੈਂਟ ਬਣ ਜਾਂਦਾ ਵਾ। ਅੱਗੇ ਆ ਗਿਆ ਜੀ ਹੁਣ ਸਾਡੇ ਕੋਲ ਰਿਮੂਵ ਆਰਟੀਕਲ, ਜਿਹੜਾ ਕਿ ਅਗਰ ਆਪਾਂ ਗੱਲ ਕਰੀਏ ਰਿਮੂਵ, ਜੋ ਕਿ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਰਾਈਟ ਟੂ 21 ਜਿਹੜਾ ਸੀਗਾ ਉਹ ਇਸ ਟਾਈਮ ਦੇ ਉੱਤੇ ਰਿਮੂਵ ਕਰ ਦਿੱਤਾ ਗਿਆ। ਪਹਿਲਾਂ ਹੈਗਾ ਸੀ ਧਾਰਾ 31 ਦੇ ਤਹਿਤ ਨਾਗਰਿਕਾਂ ਨੂੰ ਜਾਇਦਾਦ ਦਾ ਅਧਿਕਾਰ ਪਹਿਲਾਂ ਪ੍ਰਾਪਤ ਸੀਗਾ, ਜਿਹਦੇ ਵਿੱਚ ਕਿਹਾ ਸੀ ਕਿ ਕਾਨੂੰਨ ਦੇ ਅਧਿਕਾਰ ਤੋਂ ਬਿਨਾਂ ਕਿਸੇ ਵੀ ਵਿਅਕਤੀ ਨੂੰ ਉਹਦੀ ਜਾਇਦਾਦ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। ਜਾਇਦਾਦ ਦਾ ਅਧਿਕਾਰ ਕੀ ਸੀ ਜੀ। 44ਵੀਂ ਸੋਧ ਹੋਈ ਸੀ ਜਿਹੜੀ 1978 ਦੇ ਵਿੱਚ। ਉਹਦੇ 'ਚੋਂ ਇਹਨਾਂ ਨੇ ਮੌਲਿਕ ਅਧਿਕਾਰਾਂ ਦੀ ਸੂਚੀ 'ਚੋਂ ਕੱਢ ਕੇ 300A ਦੇ ਵਿੱਚ ਸ਼ਾਮਲ ਕਰਤਾ। ਆਹ ਦੇਖੋ ਜੀ 300A ਦੇ ਵਿੱਚ ਸ਼ਾਮਲ ਕਰਤਾ ਅਤੇ ਇਸ ਟਾਈਮ ਦੇ ਉੱਤੇ ਇਹ ਇੱਕ ਲੀਗਲ ਰਾਈਟ ਆ, ਠੀਕ ਹੈ ਜੀ। ਸੋ ਆ ਇੰਗਲਿਸ਼ ਦੇ ਵਿੱਚ ਵੀ ਦਿੱਤਾ ਹੋਇਆ। ਨੈਕਸਟ ਆ ਗਿਆ ਜੀ ਰਾਈਟ ਟੂ ਕੌਨਸਟੀਟਿਊਸ਼ਨਲ ਰੀਮੇਡੀਜ਼, ਠੀਕ ਹੈ ਜੀ। ਇਹ ਵਾਲਾ ਕੁਐਸਚਨ ਮੈਂ ਤੁਹਾਨੂੰ ਪਹਿਲਾਂ ਉੱਪਰ ਵੀ ਦੱਸਿਆ ਵਾ ਕਿ ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਵਾ। ਇਹਨੂੰ ਤੁਸੀਂ ਚੰਗੀ ਤਰ੍ਹਾਂ ਕਰ ਲੈਣਾ ਵਾ। ਸੰਵਿਧਾਨਕ ਉਪਚਾਰਾਂ ਦਾ ਅਧਿਕਾਰ, ਇਹਦਾ ਮਤਲਬ ਅਗਰ ਆਪਾਂ ਗੱਲ ਕਰੀਏ ਨਾ, ਇਹਨੂੰ ਚੰਗੀ ਤਰ੍ਹਾਂ ਕਰੀਏ ਤਾਂ ਇਹ ਸਭ ਆਰਟੀਕਲਾਂ ਦਾ ਬਾਪ ਆ, ਠੀਕ ਹੈ। ਸਭ ਆਰਟੀਕਲਾਂ ਦਾ ਫਾਦਰ ਆ ਇਹ, ਜੋ ਆਪਣੇ ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਮੌਲਿਕ ਅਧਿਕਾਰ ਦੇ ਜੋ ਸਭ ਆਰਟੀਕਲਾਂ ਦਾ ਫਾਦਰ ਆ ਇਹ, ਠੀਕ ਹੈ ਜੀ। ਸੋ ਸਪੋਜ਼ ਕਰ ਲਓ ਆਪਣੇ ਘਰ ਦੇ ਵਿੱਚ ਕਿਤੇ ਵੀ ਅਗਰ ਆਪਾਂ ਗੱਲ ਕਰੀਏ ਤਾਂ ਟੀਚਰ ਲਾ ਲਓ ਜਾਂ ਟੀਚਰ ਵੀ ਲਗਾ ਸਕਦੇ ਹੋ ਤੁਸੀਂ। ਮੰਨ ਲਓ 2 ਬੱਚੇ ਲੜ ਰਹੇ ਆ, ਠੀਕ ਹੈ ਜੀ, 2 ਬੱਚੇ ਲੜ ਰਹੇ ਆ ਆਪਸ ਦੇ ਵਿੱਚ,
ਸੋ ਅਗਰ ਆਪਾਂ ਗੱਲ ਕਰੀਏ 2 ਬੱਚਿਆਂ ਨੂੰ ਨਹੀਂ ਹਟ ਰਹੇਗੇ, ਉਹ ਕਰ ਨਹੀਂ ਰਹੇਗੇ, ਤਾਂ ਉਹ ਜੋ ਉਹਦਾ ਟੀਚਰ ਹੈ, ਠੀਕ ਹੈ ਜੀ, ਉਹ ਆ ਕੇ ਉਹਨੂੰ ਰੋਕੇਗਾ, ਠੀਕ ਹੈ ਜੀ, ਉਹ ਕਹੇਗਾ, ਲਾਏਗਾ 2 ਥੱਪੜ ਲਾਏਗਾ ਕਿ ਤੁਸੀਂ ਆਹ ਕੀ ਕਰ ਰਹੇ ਹੋ, ਤਾਂ ਰੋਕੇਗਾ ਕਿ ਤੂੰ ਆਹ ਗਲਤ ਕੀਤਾ ਵਾ, ਕਿਸੇ ਦੀ ਵੀ ਗਲਤੀ ਦੱਸੇਗਾ, ਠੀਕ ਹੈ ਜੀ। ਇਹ ਅਗਰ ਆਪਾਂ ਗੱਲ ਕਰੀਏ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ, ਇਹ ਸਭ ਤੋਂ ਇੰਪੋਰਟੈਂਟ ਆਰਟੀਕਲ ਆ। ਇਹ ਕੁਐਸਚਨ ਦੇ ਵਿੱਚ ਇਹ ਕੁਐਸਚਨ ਆ ਰੀਸੈਂਟਲੀ ਜਿਹੜੇ ਵੀ ਐਗਜ਼ਾਮ ਹੋਇਆ 2021 ਦੇ ਵਿੱਚ 4 ਤੋਂ 5 ਵਾਰ ਰਿਪੀਟ ਹੋ ਚੁੱਕਿਆ ਹੈ ਕੁਐਸਚਨ, ਠੀਕ ਹੈ ਜੀ। ਸੋ ਤੁਸੀਂ ਆਪ ਸੋਚ ਸਕਦੇ ਹੋ ਕਿ ਕਿੰਨਾ ਇੰਪੋਰਟੈਂਟ ਆਰਟੀਕਲ ਆ ਇਹ, ਠੀਕ ਹੈ ਜੀ। ਹੁਣ ਇਹਦਾ ਮਤਲਬ ਕੀ ਆ, ਹੁਣ ਜੀ ਮੌਲਿਕ ਅਧਿਕਾਰਾਂ ਨੂੰ ਸੁਰੱਖਿਆ ਅਤੇ ਲਾਗੂ ਕਰਾਉਣ ਲਈ ਪ੍ਰਭਾਵਸ਼ਾਲੀ ਵਿਵਸਥਾ ਕਰਦਾ ਵਾ। ਇਹ ਕਹਿੰਦਾ ਜੀ ਅਧਿਕਾਰਾਂ ਨੂੰ ਲਾਗੂ ਕਰਾਉਣ ਲਈ ਇਹ ਕਹਿੰਦਾ ਜੀ ਸਰਵਉੱਚ ਅਦਾਲਤ 'ਚ ਜਾ ਸਕਦਾ, ਤੁਸੀਂ ਸੁਪਰੀਮ ਕੋਰਟ ਦੇ ਵਿੱਚ ਜਾ ਸਕਦਾ, ਅਤੇ ਜਿਹੜਾ ਕਿ ਅਧਿਕਾਰਾਂ ਦੀ ਗਰੰਟੀ ਦਿੰਦਾ ਵਾ ਕਿ ਤੁਸੀਂ ਸੁਪਰੀਮ ਕੋਰਟ ਜਾਓ ਅਤੇ ਉਹ ਅਧਿਕਾਰ ਜੇ ਤੁਹਾਡੇ ਲਾਗੂ ਨਹੀਂ ਹੁੰਦੇ ਤਾਂ ਸੁਪਰੀਮ ਕੋਰਟ ਉਹਨੂੰ ਲਾਗੂ ਕਰਨ ਦੀ ਪੂਰੀ ਗਰੰਟੀ ਦਿੰਦਾ ਵਾ। ਇਹਨੂੰ ਸੰਵਿਧਾਨ ਦਾ ਦਿਲ ਅਤੇ ਸੰਵਿਧਾਨ ਦੀ ਆਤਮਾ ਵੀ ਆ, ਹਾਰਟ ਐਂਡ ਸੋਲ ਆਫ ਦਾ ਕੌਨਸਟੀਟਿਊਸ਼ਨ, ਠੀਕ ਹੈ ਜੀ। ਇਹ ਤੁਸੀਂ ਯਾਦ ਕਰ ਲੈਣਾ ਵਾ, ਆ ਵੀ ਫੇਵਰਟ ਕੁਐਸਚਨ ਹੈ ਕਿ ਹਾਰਟ ਐਂਡ ਸੋਲ ਆਫ ਦੀ ਕੌਨਸਟੀਟਿਊਸ਼ਨ ਕਿਹਨੂੰ ਕਿਹਾ ਜਾਂਦਾ, ਆਰਟੀਕਲ 32 ਨੂੰ, ਰਾਈਟ ਟੂ ਕੌਨਸਟੀਟਿਊਸ਼ਨ ਰੀਮੇਡੀਜ਼, ਠੀਕ ਹੈ ਜੀ। ਸੋ ਇਹ ਸਾਰਾ ਆਪਣਾ ਹੋ ਗਿਆ ਹੋਇਆ, ਠੀਕ ਹੈ ਜੀ। ਹੁਣ ਆਪਾਂ ਕਰ ਚੁੱਕੇ ਹਾਂ ਕਿ ਹਾਈ ਕੋਰਟ ਦੇ ਤਹਿਤ ਤੁਸੀਂ 226 ਨੰਬਰ ਆਰਟੀਕਲ ਦੇ ਥਰੂ ਰਿਟ ਲਗਾਈ ਜਾ ਸਕਦੀ ਆ, ਠੀਕ ਹੈ ਜੀ, ਜਾ ਸਕਦੇ ਹੋ। ਆਰਟੀਕਲ 32 ਦੇ ਤਹਿਤ ਸੁਪਰੀਮ ਕੋਰਟ ਜਾ ਕੇ ਰਿਟ ਲੱਗ ਸਕਦੀ ਆ, ਠੀਕ ਹੈ ਜੀ। ਸੋ ਇਹ ਜੋ ਵੀ ਆਪਣੇ ਹੁਣ ਆਰਟੀਕਲ ਨੇ, ਠੀਕ ਹੈ ਜੀ। ਹੁਣ ਆਪਾਂ ਨੈਕਸਟ ਕਲਾਸ ਆਪਾਂ ਰਿਟ ਦੀ ਲੈ ਕੇ ਆਵਾਂਗੇ, ਅਤੇ ਨਾਲ ਜਿਹੜੇ ਫੰਡਾਮੈਂਟਲ ਰਾਈਟਸ ਦੇ MCQ ਅਤੇ ਰਿਟ ਦੇ MCQ, ਇਹ ਦੋਨੇ ਆਪਾਂ ਕੰਪਲੀਟ ਕਰਾਂਗੇ। ਰਿਟ ਨੂੰ ਆਪਾਂ ਚੰਗੀ ਤਰ੍ਹਾਂ, ਕਿਉਂਕਿ ਰਿਟ ਦੇ ਉੱਪਰੋਂ ਵੀ ਇੱਕ ਕੁਐਸਚਨ ਬਣਦਾ ਵਾ, ਠੀਕ ਹੈ ਜੀ। ਇਹਨੂੰ ਆਪਾਂ ਚੰਗੀ ਤਰ੍ਹਾਂ ਕੰਪਲੀਟ ਦੇ ਵਿੱਚ ਨਿਬੇੜਾਂਗੇ। ਫਿਰ ਉਸ ਤੋਂ ਬਾਅਦ ਆਪਾਂ ਨੈਕਸਟ ਪਾਰਟ 4 ਦੇ ਵਿੱਚ ਜੋ DPSP ਹੋ ਗਿਆ, ਜੋ 4A ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਹੋ ਗਿਆ, ਉਹ ਸਾਰਾ ਆਪਾਂ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਜਿਵੇਂ ਜਿਵੇਂ ਅੱਗੇ ਵਧਾਂਗੇ ਕਰਾਂਗੇ। ਸੋ ਤੁਸੀਂ ਇੰਨਾ ਕੁ ਸਪੋਰਟ ਜ਼ਰੂਰ ਕਰਨਾ ਵਾ। ਆਪਾਂ ਬਹੁਤ ਮਿਹਨਤ ਕਰਕੇ ਇਹ ਕਲਾਸ ਤਿਆਰ ਕੀਤੀ ਹੈ, ਠੀਕ ਹੈ ਜੀ। ਇੰਗਲਿਸ਼ ਪੰਜਾਬੀ 'ਚ ਤੁਹਾਨੂੰ ਵੀ ਪਤਾ ਕਿ ਇਹ ਕੰਟੈਂਟ ਮਿਲਣਾ ਬਹੁਤ ਔਖਾ ਹੈ। ਅਗਰ ਤੁਸੀਂ ਖੁਦ ਦੇਖ ਲਓ ਕਿ ਇਸ ਟਾਈਮ ਦੇ ਉੱਤੇ YouTube ਦੇ ਉੱਤੇ ਸਰਚ ਮਾਰੋ ਜਾਂ ਕਿਤੇ ਵੀ ਦੇਖੋ, ਤੁਹਾਨੂੰ ਇੰਗਲਿਸ਼ ਪੰਜਾਬੀ 'ਚ ਕਿੰਨਾ ਕੁ ਕੰਟੈਂਟ ਮਿਲਦਾ ਵਾ। ਅਗਰ ਮਿਲੇਗਾ ਵੀ, ਸੋ ਤੁਹਾਨੂੰ ਆਪਣਾ, ਅਗਰ ਆਪਾਂ ਗੱਲ ਕਰੀਏ ਕੋਈ ਵੀ ਜੋ ਹੈ, ਕੋਈ ਵੀ ਆਪਣੀ ਸੰਸਥਾ ਵਾ, ਉਹ ਆਪਣੇ ਵਿਊਜ਼ ਲਈ ਪਾ ਦੇਗੀ, ਬਟ ਤੁਹਾਨੂੰ PDF ਕਦੇ ਵੀ ਸਾਂਝੀ ਨਹੀਂ ਕਰੇਗੀ, ਠੀਕ ਆ। ਸੋ ਆਪਾਂ ਨਾਲ ਦੀ ਨਾਲ PDF ਜੋ ਹੈ ਨਾ, ਨਾਲ ਦੀ ਨਾਲ ਆਪਾਂ ਬਾਇਲੈਂਗੁਅਲ ਆਪਣਾ PDF ਚੈਨਲ ਦੇ ਉੱਤੇ ਆਪਾਂ ਨਾਲ ਦੀ ਨਾਲ ਅਪਲੋਡ ਕਰ ਦਿੰਦੇ ਹਾਂ। ਸੋ ਤੁਸੀਂ ਨਾ PDF ਚੈਨਲ ਜ਼ਰੂਰ ਆ t.me GK Academy ਪੰਜਾਬ, ਇਹਨੂੰ ਜ਼ਰੂਰ ਜੁਆਇਨ ਕਰੋ। ਇਹਦੇ ਉੱਤੇ ਤੁਹਾਨੂੰ ਸਾਰੇ ਕਲਾਸਾਂ ਦੀਆਂ PDF ਮਿਲਣੀਆਂ। ਇਸ ਟਾਈਮ ਦੇ ਉੱਤੇ 19-20 ਕਲਾਸਾਂ ਟੋਟਲ ਹੋ ਚੁੱਕੀਆਂ ਨੇ। ਮਾਡਰਨ ਹਿਸਟਰੀ, ਪੰਜਾਬ GK, ਠੀਕ ਆ ਜੀ, ਪੰਜਾਬ GK ਅਤੇ ਇੰਡੀਅਨ ਪੋਲਿਟੀ, ਇਹਨਾਂ ਤਿੰਨੇ ਕਲਾਸਾਂ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਕਰ ਲੈਣਾ ਵਾ। ਸੋ ਇਹਦੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਤੁਸੀਂ ਆਪਣੀ ਵੀਡੀਓ ਨੂੰ ਸਬਸਕ੍ਰਾਈਬ ਕਰਿਓ, ਠੀਕ ਹੈ ਜੀ। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਆਪਣੀ ਨੂੰ ਸ਼ੇਅਰ ਜ਼ਰੂਰ ਕਰਿਓ। ਅੱਗੇ ਵੀ ਆਪਾਂ ਜਿੰਨੀ ਵੀ ਪੋਲਿਟੀ ਆ, ਠੀਕ ਹੈ ਜੀ, ਇੱਕ ਗੱਲ ਦੀ ਤੁਸੀਂ ਧਿਆਨ ਰੱਖਿਓ, ਆਪਾਂ ਨਾ ਜੋ ਵੀ MCQ ਕਰ ਰਹੇ ਹਾਂ, ਮੈਂ ਤੁਹਾਨੂੰ ਹਰੇਕ ਕਲਾਸ ਦੇ ਵਿੱਚ ਕਹਿੰਦਾ ਕਿ ਐਂਡ ਦੇ ਉੱਤੇ 400 ਤੋਂ 500 MCQ ਆਪਾਂ ਹਰੇਕ ਸਬਜੈਕਟ ਦੇ ਲੈ ਕੇ ਆਵਾਂਗੇ, ਠੀਕ ਆ। ਲਾਸਟ 10 ਸਾਲ ਦੇ ਪੇਪਰਾਂ ਦੇ ਕੋਈ ਵੀ ਕੁਐਸਚਨ ਤੁਹਾਡਾ ਬਾਹਰੋਂ ਨਹੀਂ ਹੈ, ਕਿਉਂਕਿ 60 ਤੋਂ 70% ਪ੍ਰੀਵੀਅਸ ਈਅਰ ਰਿਪੀਟਡ ਕੁਐਸਚਨ ਹੁੰਦੇ ਨੇ, ਬਟ ਆਪਾਂ ਨੂੰ ਥਿਊਰੀ ਕਰਨੀ ਜ਼ਰੂਰੀ ਆ। ਅਗਰ ਜਿਹਨੇ ਵੀ ਪਹਿਲਾਂ ਥਿਊਰੀ ਨਹੀਂ ਪੜ੍ਹੀ, ਉਹਦੇ ਲਈ ਇਹ ਕਲਾਸਾਂ ਬਹੁਤ ਜ਼ਰੂਰੀ ਆ। ਜੋ ਵੀ ਸਟੂਡੈਂਟ ਇਸ ਟਾਈਮ ਦੇ ਉੱਤੇ ਤਿਆਰੀ ਕਰਨ ਲੱਗਿਆ ਵਾ, ਉਹ ਸਿੱਧਾ MCQ ਟਰਾਈ ਨਾ ਕਰਨ। ਮੈਂ ਬਾਰ-ਬਾਰ ਕਹਿੰਦਾ ਵਾਂ, ਜੇ ਤੁਸੀਂ ਸਿੱਧੇ MCQ ਟਰਾਈ ਕਰੋਗੇ, ਤੁਸੀਂ ਹੋ ਸਕਦਾ ਵਾ ਕਿ 10 ਦੇ ਵਿੱਚੋਂ 2-3 ਅਟੈਂਪਟ ਕਰ ਲਵੋ, ਬਟ ਅਗਰ ਪੇਪਰ ਦੇ ਵਿੱਚ ਮੰਨ ਲਓ ਕਿ 20 ਨੰਬਰ ਦੀ GK ਆ ਰਹੀ ਆ, ਜੋ ਕਿ ਛੋਟੇ ਪੇਪਰ ਹੈ, ਠੀਕ ਹੈ ਜੀ, 20 ਨੰਬਰ ਦੀ GK ਆ ਰਹੀ ਆ, ਉਹਦੇ ਵਿੱਚੋਂ ਤੁਸੀਂ 15-16 ਸਕੋਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਥਿਊਰੀ ਪੜ੍ਹਨੀ ਹੀ ਪੈਣੀ ਆ, ਠੀਕ ਹੈ ਜੀ। ਸੋ ਇਹਨੂੰ ਤੁਸੀਂ ਚੰਗੀ ਤਰ੍ਹਾਂ ਕਰਨਾ ਵਾ। ਸੋ ਪੰਜਾਬ ਪੁਲਿਸ ਅਤੇ PPSC ਦੇ ਵਿੱਚ ਤਾਂ ਵੈਸੇ ਹੀ ਵੇਟੇਜ ਜ਼ਿਆਦਾ ਵਾ, ਠੀਕ ਹੈ ਜੀ। ਸੋ ਇਹ ਤਾਂ ਤੁਹਾਨੂੰ ਕਰਨੀ ਪੈਣੀ ਆ, GK ਬਿਨਾਂ ਤੁਹਾਡਾ ਗੁਜ਼ਾਰਾ ਹੈ ਨਹੀਂ ਗਾ, ਠੀਕ ਹੈ ਜੀ। ਸੋ ਤੁਸੀਂ ਚੈਨਲ ਨੂੰ ਆਪਣੇ ਨੂੰ ਸ਼ੇਅਰ ਜ਼ਰੂਰ ਕਰਿਓ, ਠੀਕ ਹੈ ਜੀ। ਸੋ ਤੁਸੀਂ ਸ਼ੇਅਰ ਕਰੋਗੇ, ਆਪਾਂ ਵੱਧ ਤੋਂ ਵੱਧ ਕਲਾਸਾਂ ਲੈ ਕੇ ਆਵਾਂਗੇ, ਉਹਦੇ ਨਾਲ ਹੀ ਮੋਟੀਵੇਸ਼ਨ ਮਿਲਦੀ ਆ, ਠੀਕ ਹੈ ਜੀ। ਸੋ ਇੱਕ ਕਲਾਸ ਬਣਾਉਣ ਨੂੰ ਬਹੁਤ ਟਾਈਮ ਲੱਗਦਾ ਵਾ, ਠੀਕ ਹੈ ਜੀ। ਇਹਨੂੰ ਰਿਕਾਰਡ ਕਰਨ ਨੂੰ ਵੀ ਟਾਈਮ ਲੱਗਦਾ ਵਾ, ਫਿਰ PDF ਨੂੰ ਸੈਟਿੰਗ ਵਗੈਰਾ ਕਰਨ ਨੂੰ ਵੀ ਬਹੁਤ ਟਾਈਮ ਲੱਗ ਜਾਂਦਾ, ਠੀਕ ਹੈ ਜੀ। ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਠੀਕ ਹੈ ਜੀ। ਧੰਨਵਾਦ।